ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਾਜ਼ਰੀਨ अस्सलाम वालेकुम। यूरो पंजाबी शो ਦੇ ਨਾਲ ਤੁਹਾਡੀ ਖਿਦਮਤ 'ਚ ਅਸੀਂ ਹਾਜ਼ਰ ਹਾਂ। ਅੱਜ ਅਸੀਂ ਤੁਹਾਡੀ ਖਿਦਮਤ 'ਚ ਬੈਲਜੀਅਮ ਦੀ ਅਸੀਂ ਚੰਦ ਮਸ਼ਹੂਰ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਦੇ ਬਾਰੇ 'ਚ ਬੈਲਜੀਅਮ ਵਾਲੇ ਤਾਂ ਜਾਣਦੇ ਨੇ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਬੈਲਜੀਅਮ ਤੋਂ ਬਾਹਰ ਜਿਹੜੇ ਲੋਕ ਨੇ ਉਹ ਵੀ ਇਹਨਾਂ ਦੇ ਬਾਰੇ ਜਾਣਨ। ਸਾਡੇ ਨਾਲ ਸਭ ਤੋਂ ਪਹਿਲਾਂ ਸ਼ਾਜ਼ੀਆ ਅਸਲਮ ਸਾਹਿਬਾ, ਇੱਥੇ ਦੀ ਪੋਲੀਟੀਕਲ ਨਾਲ ਵੀ ਇਹਨਾਂ ਦਾ ਬੜਾ ਤਲਕ ਹੈ ਔਰ ਸਮਾਜੀ ਖਿਦਮਤ ਨੂੰ ਆਪਣਾ ਇਹ ਨਸਬੁਲ ਐਨ ਸਮਝਦੇ ਹਨ। ਤਾਂ ਉਹਦੇ ਨਾਲ ਸਾਡੇ ਦੂਸਰੇ ਮਹਿਮਾਨ ਨੂੰ ਤੁਸੀਂ ਜਾਣਦੇ ਹੋ ਜਿਹੜੇ ਸਾਡੇ ਹਰ ਵੇਲੇ ਸਾਡੇ ਨਾਲ ਹੁੰਦੇ ਨੇ ਪ੍ਰੋਗਰਾਮ 'ਚ, ਨਈਮ ਸ਼ਹਿਬਾਜ਼ ਸਾਹਿਬ। ਬਹੁਤ ਸ਼ੁਕਰੀਆ। ਇਹਨਾਂ ਦੋਨਾਂ ਨੂੰ ਬੁਲਾਉਣ ਦਾ ਮਕਸਦ ਸਾਡਾ ਇਹ ਸੀ ਕਿ ਕਿਉਂਕਿ ਅਸੀਂ ਚਾਹੁੰਦੇ ਕਿ ਅਸੀਂ ਉਸ ਦੌਰ ਦੇ ਬਾਰੇ 'ਚ ਗੱਲ ਕਰੀਏ ਜਦੋਂ ਪਾਕਿਸਤਾਨੀ ਬੈਲਜੀਅਮ ਦੇ ਅੰਦਰ ਬਹੁਤ ਹੀ ਥੋੜ੍ਹੀ ਤਾਦਾਦ ਵਿੱਚ ਆਏ ਸਨ। ਇਹ ਦੋਨੋਂ ਉਹ ਸ਼ਖਸੀਅਤ ਹਨ ਜਿਹੜੀ ਇਹ ਉਸ ਦੌਰ ਨੂੰ ਜਾਣਦੀਆਂ ਹਨ। ਇਹਨਾਂ ਕੋਲ ਅਸੀਂ ਖੁਦ ਹੀ ਪੁੱਛਾਂਗੇ ਕਿ ਕਦੋਂ ਆਏ ਸਨ, ਕਿਉਂਕਿ ਬਹੁਤ ਯਾਨੀ ਜਿਹੜੇ ਚੰਦ ਲੋਕ ਹੀ ਆਏ ਸਨ ਇੱਥੇ ਉਹਨਾਂ ਵਿੱਚ ਇਹ ਸ਼ਾਮਲ ਹਨ। ਤਾਂ ਅਸੀਂ ਤੁਹਾਨੂੰ ਖੁਸ਼ ਆਮਦੇਦ ਕਹਿੰਦੇ ਸ਼ਾਜ਼ੀਆ ਜੀ ਤੇ ਤੁਹਾਨੂੰ ਨਈਮ ਸ਼ਹਿਬਾਜ਼ ਸਾਹਿਬ ਤੁਹਾਨੂੰ ਵੀ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਅਸੀਂ ਆਪਣੀ ਗੁਫ਼ਤਗੂ ਦਾ ਆਗਾਜ਼ ਕਰਾਂਗੇ ਸ਼ਾਜ਼ੀਆ ਅਸਲਮ ਸਾਹਿਬਾ ਨਾਲ। ਸ਼ਾਜ਼ੀਆ ਅਸਲਮ ਸਾਹਿਬਾ, ਬੈਲਜੀਅਮ ਦੇ ਲੋਕੀ ਬਹੁਤ ਘੱਟ ਜਾਣਦੇ ਨੇ, ਠੀਕ ਹੈ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਕੋਲ ਅੱਜ ਪੁੱਛੀਏ ਕਿ ਤੁਸੀਂ ਬੈਲਜੀਅਮ 'ਚ ਪੈਦਾ ਹੋਏ ਸੀ? ਕਿਉਂਕਿ ਲੋਕੀ ਕਹਿੰਦੇ ਨੇ ਕਿ ਬੈਲਜੀਅਮ ਦੇ ਅੰਦਰ ਹੀ ਪੈਦਾ ਹੋਏ ਸਨ, ਜਾਂ ਪਾਕਿस्तान 'ਚ ਤੁਸੀਂ ਕਿੰਨੀ ਉਮਰ 'ਚ ਆਏ ਅਗਰ ਪਾकिस्तान पैदा होए तो? जी अस्सलाम वालेकुम सबको। बिस्मिल्लाहिर्रहमानिर्रहीम। मैं शुरू करती हूँ अल्लाह के नाम से जो बड़ा मेहरबान रहमत वाला है। तो बहुत शुक्रिया आपका मलक साहब का, तो नईम साहब का कि जो ये प्रोग्राम में मुझे दावत दी है, बहुत शुक्रिया। मैं कहना ਤੁਸੀਂ ਸ਼ਾਇਦ ਪੰਜਾਬੀ ਬੋਲਦੇ ਹੋ। अच्छा, ਅਸੀਂ ਇੱਧਰ ਆਏ हैं 1 साल ਦੇ, ਜਦੋਂ ਮੈਂ ਸਾਲ ਦੀ ਸੀ। ਅੱਛਾ ਅੱਛਾ। ਮੇਰੇ ਅੱਬੂ ਪਹਿਲੇ ਆਏ ਆ ਇੱਧਰ, ਮੈਂ ਬਾਅਦ 'ਚ ਆਪਣੀ ਅੰਮੀ ਨਾਲ ਆਈ ਹਾਂ। ਅਤੇ ਇੱਥੇ ਅਸੀਂ ਆ ਕੇ ਮੈਂ ਇੱਥੇ ਆ ਕੇ ਤਾਲੀਮ ਹਾਸਿਲ ਕੀਤੀ ਇੱਥੇ। ਆਪਣੇ ਅੱਬੂ ਦੇ ਨਾਲ ਕਾਰੋਬਾਰ ਵਿੱਚ ਮਦਦ ਕੀਤੀ ਹੈ। ਮੈਂ ਕਮ ਸੇ ਕਮ ਇਹ ਹੈ ਕਿ مدد کے نال تو میں 17-18 سال کی عمر میں میری شادی ہو گئی اس کے بعد میں پھر میرے بچے مطلب گھر میں مطلب دیکھ بھال کرنی سب کچھ، پھر اس کے بعد میں لوکاں دی خدمت کرنی، پھر لوکاں دی مدد کرنی۔ بہت پوچھیں گے کیونکہ چاہتے ہیں کہ نال نال چلیے ਅਸੀਂ ਨਈਮ ਸ਼ਹਿਬਾਜ਼ ਸਾਹਿਬ ਕੋਲ ਵੀ ਪੁੱਛਾਂਗੇ। ਸ਼ਹਿਬਾਜ਼ ਸਾਹਿਬ, ਤੁਸੀਂ ਦੱਸੋ ਇਹ ਤਾਂ 1 ਸਾਲ ਤੋਂ ਉਮਰ ਵਿੱਚ ਆਏ ਸਨ ਔਰ ਤੁਸੀਂ ਵੀ 1 ਸਾਲ ਦੀ ਚ ਆਏ ਜਾਂ 1.5-2 ਸਾਲ ਦੀ? ਜੀ ਮੈਂ ਜਦੋਂ ਆਇਆ ਸੀ ਉਹ 30 ਅਗਸਤ 1979, ਯਾਨੀ ਤੁਹਾਨੂੰ ਡੇਟ ਯਾਦ ਹੈ? 30 ਅਗਸਤ ਯਾਨੀ ਤੁਸੀਂ ਵੱਡੇ ਸੀ ਫਿਰ। 79, ਯਾਨੀ ਮੈਂ ਤਕਰੀਬਨ ਉਸ ਵੇਲੇ 4.5-5 ਸਾਲ ਦਾ ਸੀ ਜਦੋਂ ਮੈਂ ਫਸਟ ਟਾਈਮ ਬੈਲਜੀਅਮ ਚ ਆਇਆ। ਠੀਕ। ਤੇ ਮੈਂ ਖੈਰ ਆਪਣੀ ਗੱਲ ਕੀ ਕਰਾਂਗਾ, ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼ਾਜ਼ੀਆ ਅਸਲਮ ਇੱਥੇ ਮੌਜੂਦ ਨੇ। ਇਹਨਾਂ ਦੇ ਵਾਲਦ ਸਾਹਿਬ ਤੇ ਮੇਰੇ ਵਾਲਦ ਸਾਹਿਬ ਦੇ ਬੜੇ ਦਰੀਨਾ ਤਾਲੁਕਾਤ ਵੀ ਰਹੇ ਨੇ। ਤੇ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਅੱਜ ਪਹਿਲੀ ਵਾਰੀ ਇੱਕ ਐਸੀ ਲੇਡੀ ਨੂੰ ਆਪਣੇ ਦਰਮਿਆਨ ਦੇਖ ਰਿਹਾ ਕਿ ਜਿਹੜੀ ਫਸਟ ਜਨਰੇਸ਼ਨ ਦੀ ਇੱਥੇ ਲੇਡੀਜ਼ ਨੇ। ਇਹ ਇੱਥੇ ਜਿਹੜੇ ਬੈਠੇ ਨੇ ਪਾਕਿਸਤਾਨੀ ਕਮਿਊਨਿਟੀ ਨੂੰ ਤੇ ਇਹ ਰਿਪਰੈਜ਼ੈਂਟ ਕਰ ਰਹੇ ਨੇ, ਪਰ ਪਾਰਟਿਕੂਲਰਲੀ ਇਹ ਫਸਟ ਜਨਰੇਸ਼ਨ ਦੀ ਜਿਹੜੀ ਖਵਾਤੀਨ ਸੀ ਨਾ, ਉਹ ਅੱਜ ਜੇ ਅਸੀਂ ਪਾਕਿਸਤਾਨੀ ਖੜੇ ਆ ਨਾ ਤੇ ਇਹਨਾਂ ਲੇਡੀਜ਼ ਦੀ ਕੁਰਬਾਨੀਆਂ ਤੇ ਖੜੇ ਆ। ਜਦੋਂ ਇਹ ਲੇਡੀਜ਼ ਇੱਥੇ ਆਈਆਂ ਸੀ, ਕਈ ਤਾਂ ਸਾਡੀਆਂ ਮਾਵਾਂ ਉਸ ਵੇਲੇ ਮਤਲਬ ਕਿ ਬੱਚਿਆਂ ਵਾਲੀਆਂ ਸੀ ਇੱਥੇ ਆਈਆਂ, ਇਹ ਲੇਡੀਜ਼ ਇੱਥੇ ਆਈਆਂ, ਇੱਥੇ ਬੜੀਆਂ ਹੋਈਆਂ। ਉਹ ਜ਼ਮਾਨਾ ਜਿਹੜਾ ਐਸਾ ਜ਼ਮਾਨਾ ਸੀ ਮਲਕ ਸਾਹਿਬ ਕਿ ਉਸ ਵੇਲੇ ਕੋਈ ਮਹਿੰਗਾਈ ਨਹੀਂ ਸੀ, ਬੜਾ ਰਿਲੈਕਸ ਜ਼ਮਾਨਾ ਸੀ। ਇਹਨਾਂ ਕੋਲ ਹਰ ਉਹ ਚਾਂਸ ਸੀ ਕਿ ਇਹ ਆਪਣੀਆਂ ਐਂਬੀਸ਼ਨਸ ਪੂਰੀਆਂ ਕਰਦੀਆਂ, ਇਹਨਾਂ ਕੋਲ ਹਰ ਉਹ ਚਾਂਸ ਸੀ ਕਿ ਆਪਣੀ ਆਜ਼ਾਦੀ ਲੈਂਦੀਆਂ, ਲੇਕਿਨ ਇਹਨਾਂ ਨੇ ਉਸ ਵੇਲੇ ਕੁਰਬਾਨੀਆਂ ਦਿੱਤੀਆਂ ਨੇ। ਇਹਨਾਂ ਨੇ ਆਪਣੀਆਂ ਐਂਬੀਸ਼ਨਸ ਦੀ ਕੁਰਬਾਨੀਆਂ ਦਿੱਤੀਆਂ, ਆਪਣੀ ਆਜ਼ਾਦੀ ਦੀ ਕੁਰਬਾਨੀਆਂ ਦਿੱਤੀਆਂ। ਇਹਨਾਂ ਨੇ ਆਪਣੇ ਮਾਂ-ਬਾਪ ਦੀ ਗੱਲ ਸੁਣੀ, ਜੋ ਵੀ ਇਹਨਾਂ ਦੇ ਮਾਂ-ਬਾਪ ਟ੍ਰੈਡੀਸ਼ਨਸ ਨਾਲ ਲੈ ਕੇ ਆਏ ਸੀ, ਅੱਛੇ ਜਾਂ ਬੁਰੇ ਅੱਜ ਅਸੀਂ ਕਵਾਂਗੇ, ਜੋ ਵੀ ਕਹਿ ਸਕਦੇ ਹਾਂ, ਲੇਕਿਨ ਇਹਨਾਂ ਨੇ ਆਪਣੇ ਮਾਂ-ਬਾਪ ਦੀ ਗੱਲ ਸੁਣੀ ਹੈ ਉਸ ਵੇਲੇ। ਨਈਮ ਸਾਹਿਬ, ਇੱਥੇ ਮੈਂ ਪੁੱਛਾਂਗਾ ਤੁਹਾਡੇ ਕੋਲ, ਤੁਸੀਂ ਕਿਹਾ ਕਿ 79 ਵਿੱਚ ਤੁਸੀਂ ਆਏ ਸੀ, ਤਾਂ ਉਸ ਵਕਤ ਕਿੰਨੇ ਕੀ ਪਾਕਿਸਤਾਨੀ ਸਨ ਇੱਥੇ? ਕਿਉਂਕਿ ਇੰਗਲੈਂਡ ਦਾ ਤਾਂ ਚਲੋ ਹੋਰ ਹਿਸਾਬ, ਉੱਥੇ ਬਹੁਤ ਪਾਕਿਸਤਾਨੀ ਸਨ, ਲੇਕਿਨ ਬੈਲਜੀਅਮ ਇੱਕ ਅਸੀਂ ਵੀ ਜਦੋਂ ਇੱਥੇ ਆਏ ਸੀ ਨਾਮ ਪਹਿਲੀ ਵਾਰ ਸੁਣਿਆ ਸੀ ਬੈਲਜੀਅਮ ਆ ਗਏ। ਔਰ 79 ਤੇ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ 'ਚ ਜ਼ਿਆਦਾ ਲੋਕਾਂ ਨੂੰ ਪਤਾ ਹੁੰਦਾ ਕਿ ਬੈਲਜੀਅਮ ਕਿੱਥੇ ਹੈ। ਔਰ ਤੁਸੀਂ ਕੀ ਸਮਝਦੇ ਕਿ ਪਾਕਿਸਤਾਨੀ ਹੈ ਸਨ ਤੁਹਾਡੇ ਤੋਂ ਬਹੁਤ ਜ਼ਿਆਦਾ ਤਾਦਾਦ? ਜੀ ਉਸ ਵੇਲੇ ਜਿਹੜਾ ਨਾ ਸ਼ੁਰੂ 'ਚ ਜੇ ਤੁਸੀਂ ਦੇਖੋ ਨਾ ਇੱਥੇ ਬਰਸਲ ਦੇ ਵਿੱਚ ਮਤਲਬ ਕਿ ਕਈ ਵੇਵਜ਼ ਆਈਆਂ ਨੇ ਨਾ, ਪੀਰੀਅਡ ਜਿਹੜਾ ਸੀ ਨਾ 74, 75, 76, ਇਹ ਕਈ ਲਹਿਰਾਂ ਆਈਆਂ ਨੇ। ਤੇ ਜਿਹੜੀਆਂ ਸ਼ੁਰੂ 'ਚ ਇੱਥੇ 300-400 ਬੰਦੇ ਆਏ ਨੇ। ਉਸ ਵੇਲੇ ਡਿਪੋਰਟੇਸ਼ਨ ਵੀ ਹੋਈ ਹੈ, ਮਤਲਬ ਕਿ ਕਈ ਵਾਰੀ ਉਸ ਵੇਲੇ ਜੇਲ੍ਹਾਂ 'ਚ ਬੰਦੇ ਵੀ ਬਹੁਤ ਜ਼ਿਆਦਾ ਸੀ। ਜਿਹੜੀ ਪਹਿਲੀ ਈਦ ਆਈ ਹੈ, ਵਾਲਦ ਸਾਹਿਬ ਦੱਸਦੇ ਨੇ ਕਿ ਉਹਨਾਂ ਜੇਲ੍ਹ 'ਚ ਪਤਾ ਕੀਤਾ ਕਿ ਕਿੰਨੇ ਪਾਕਿਸਤਾਨੀ ਨੇ ਅਸੀਂ ਈਦ ਮੁਬਾਰਕ ਕਹੀਏ, ਤਾਂ ਉਸ ਵੇਲੇ ਪਤਾ ਉਸ ਦਿਨ ਇਨਫੋਰਮੇਸ਼ਨ ਮਿਲੀ ਕਿ ਬਰਸਲ ਦੀ ਜੇਲ੍ਹ 'ਚ ਮੇਰਾ ਖਿਆਲ 125 ਪਾਕਿਸਤਾਨੀ, ਮਤਲਬ ਕਿ ਕਾਫੀ ਲੋਕ ਡਿਪੋਰਟੇਸ਼ਨ ਸੈਂਟਰਸ ਦੇ ਵਿੱਚ ਉਸ ਵੇਲੇ ਨਹੀਂ ਸੀ ਬਾਕਾਇਦਾ, ਤੇ ਜੇਲ੍ਹ 'ਚ ਰੱਖੇ ਹੋਏ ਸੀ ਇਹਨਾਂ ਨੇ। ਸ਼ਾਜ਼ੀ ਸਾਹਿਬ, ਅਸੀਂ ਤੁਹਾਡੇ ਕੋਲ ਪੁੱਛਾਂਗੇ, ਤੁਸੀਂ 1 ਸਾਲ ਜਾਏ ਜਦੋਂ ਤੁਹਾਡੀ ਅੱਖ ਖੁੱਲੀ, ਤੁਹਾਨੂੰ ਬਿਲਕੁਲ ਹੀ ਮੁਖਤਲਿਫ ਜਿਹਾ ਮਾਹੌਲ ਸੀ, ਕਿਉਂਕਿ ਪਾਕਿਸਤਾਨ ਦੇ ਬੱਚੇ ਚਲੋ ਗਲੀ ਮਹੱਲੇ 'ਚ ਖੇਡਦੇ ਹਨ, ਉਹਨਾਂ ਦਾ ਇੱਕ ਆਪਣਾ ਉੱਥੇ ਦਾ ਆਪਣਾ ਹੀ ਕਲਚਰ ਹੈ।
ਤੇ ਇੱਥੇ ਤੁਸੀਂ ਕੀ ਜਦੋਂ ਛੋਟੇ ਸੀ ਤੁਸੀਂ ਉਹ ਕਿਸ ਤਰ੍ਹਾਂ ਤੁਹਾਡਾ ਆਪਣੇ ਭੈਣ ਭਰਾਵਾਂ ਨਾਲ ਕਿਸ ਤਰ੍ਹਾਂ ਜਾਂ ਦੋਸਤ ਯਾਰ ਤੁਹਾਡੇ ਹੋਰ ਪਾਕਿਸਤਾਨੀ ਵੀ ਨਹੀਂ ਸਨ ਤੇ ਕਿਸ ਤਰ੍ਹਾਂ ਤੁਹਾਡਾ ਤੁਸੀਂ ਕਿਸ ਤਰ੍ਹਾਂ ਆਪਣਾ ਟਾਈਮ ਗੁਜ਼ਾਰਿਆ था? जैसे मेरे अब्बू आए थे तो कम से कम 10 फैमिलियाँ थी, ज़्यादा 10 और 11 फैमिलियाँ थी पाकिस्तानी। अच्छा, उस टाइम में ये है कि कारोबार में हम बिज़ी थे। तो दूसरी बात जो फैमिली 10-15 फैमिली थी या अदर जो फैमिली बेल्जियम में बहुत थोड़ी फैमिली थी ना। अच्छा, ये है कि ऐसे किसी के घर चले गए वहाँ चले गए, मतलब आपस में मिल के हमने मतलब मोहब्बत बढ़ाई है पाकिस्तानी मोल की। हमने पाकिस्तानी में फील नहीं किया हमने, मतलब कि हम पाकिस्तान है यहाँ है, क्यों हम कट्ठे मिल के एक कट्ठे एक वहाँ उस ज़माने में VCR होंदा सी। बड़े मज़ेदार तुहानूं गल दसां, जी जी बड़ी मज़े दी गल दसां। जी जी इस टाइम ते सीडियां ही हैं, लोगों ने सीडियां आम बच्चे भी वेख रहे, बूढ़े भी वेख रहे हैं, मतलब सब सारे वेखते पे ने। उस टाइम ते VCR होंदा सी कैसेट, अच्छा, ਤੇ 10 ਫੈਮਲੀਆਂ ਇਕੱਠੀਆਂ ਹੋਣੀਆਂ ਇੱਕ ਘਰ ਵਿੱਚ। ਉਹਨਾਂ ਨੇ ਕਿਹਾ ਕਿ ਮੈਂ ਕਿਹਾ ਅੱਬੂ ਅਸੀਂ ਕਿਉਂ ਨਹੀਂ ਵੇਖ ਸਕਦੇ? ਕਹਿੰਦੇ ਧੀਏ ਅਸੀਂ ਪਹਿਲੇ ਆਪਣਾ ਦੇਖਾਂਗੇ ਕਿ ਤੁਸੀਂ ਦੇਖ ਕੇ ਕਾਬਲ ਹੋ ਤੇ ਫਿਰ ਅਸੀਂ ਤੁਹਾਨੂੰ जी ਦਿਖਾਵਾਂਗੇ। बिल्कुल या अल्लाह, मतलब सब ये ऐसा होता था। ਤੇ ਮੈਂ ਕਿਹਾ Exactly। ਮੈਂ ਕਿਹਾ ਕਿਉਂ ਤੁਸੀਂ ਵੇਖ ਸਕਦੇ ਹੋ ਤੇ ਅਸੀਂ ਕਿਉਂ ਨਹੀਂ ਵੇਖ ਸਕਦੇ? ਤੇ ਕਹਿੰਦੇ ਫਿਰ ਉਹਨਾਂ ਨੇ ਸਮਝਾਇਆ ਧੀਏ, तो समझाया ये कि ये नहीं कह सकते कि और जी ये ख़राब है, ये चीज़ें नहीं अच्छी हैं, ये बता नहीं बेटा ये लड़ाई होती हैं, फिर वो तो छुरियाँ चलती हैं, ये ऐसा। तो मैं क्या अच्छा अबू छुरियाँ वाली फिल्मां ना दिखाना प्लीज़ अबू। तो नहीं अबू ने क्या नहीं फिक्र ना करती है, असी बस फैमिली पूरी देख लेंगे तो फिर असी तुहानूं दिखा लांगे, जो अच्छी हुई फिल्म फिर दिखाएंगे। ते अज के ज़माने अज दे ज़माने च ते सारे जेह्ड़े फैमिली भी बैठे ने ते वेखदे पे ने जी। ਤੇ ਇਸ ਵਾਸਤੇ ਕਿ ਉਸ ਜ਼ਮਾਨੇ 'ਚ ਹਮ ਐਸਾ ਗਰੁੱਪ ਵਿੱਚ ਹੈ ਸੀ ਕਿ ਯਾਨੀ ਸਾਰੇ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਉਹੀ ਮਾਹੌਲ ਜਿਹੜਾ ਪਾਕਿਸਤਾਨ ਦੇ ਵਿੱਚ ਹੁੰਦਾ ਹੈ ਹਾਂਜੀ। ਉਹ ਇੱਥੇ ਹੀ ਤੁਹਾਡੇ ਜਿਹੜੇ ਵਾਲਿदैन ਸਨ ਉਹਨਾਂ ਨੇ ਮੈਂ ਤੇ ਸਾਲ ਦੀ ਸੀ, ਮੈਨੂੰ ਪਤਾ ਹੀ ਨਹੀਂ ਸੀ ਮੌਲ ਦਾ ਕੀ ਸੀ। ਠੀਕ। ਮੈਂ ਇਹ ਹੈ ਕਿ ਮੈਂ ਇੱਥੇ ਆ ਕੇ ਸਜੋ ਪਾਕਿਸਤਾਨ ਦਾ ਜਿਹੜਾ ਮੌਲ ਹੈ ਸਾਡਾ, ਮੈਂ ਤੁਹਾਨੂੰ ਸੱਚ ਕਹਾਂ ਜਿਹੜਾ ਪਾਕਿਸਤਾਨ ਦਾ ਮੌਲ ਹੈ, ਦੇਖੋ ਸਾਡਾ ਮੁਲਕ ਹੈ ਪਾਕਿस्तान, ठीक है। हम आए हैं यहाँ, ये भी हमारा मुल्क है, ये समझे ये हमारा मुल्क है। देखे हम साल की थी मैं यहाँ आई हूँ, मुझे 45 साल हो गए मैं यहाँ आई हूँ ना, ठीक है। तो ये हमारा मुल्क है, ਬਿਲਕੁਲ ये समझे ये हमारा मुल्क है, समझे नहीं है हमारा ਬਿਲਕੁਲ ਜੀ मुल्क है। ਸਾਡਾ ਮੁਲਕ ਜਿਸ ਤਰ੍ਹਾਂ हमारा ਪਾਕਿस्तान मुल्क है ਉਹ जैसा ਵੀ ਹੈ। पाकिस्तान है, यैसे हमारा मुल्क है यार। ਨਈਮ ਸਾਹਿਬ ਅਸੀਂ ਦੇਖਿਆ ਕਿ ਤੁਸੀਂ ਜ਼ਾਹਿਰ ਆਪਣੀ ਤੁਸੀਂ ਛੋਟੀ ਉਮਰ 'ਚ ਆਏ, ਆਪਣੀ ਤਾਲੀਮ ਇੱਥੇ ਹਾਸਲ ਕੀਤੀ, ਲੇਕਿਨ ਤੁਸੀਂ ਇਹ ਜਿਹੜਾ ਸ਼ੋਭਾ ਤੁਸੀਂ ਅਪਣਾਇਆ ਇਹਦੀ ਕੋਈ ਖਾਸ ਵਜ੍ਹਾ ਸੀ ਕਿ ਤੁਸੀਂ ਇਸ ਫੀਲਡ 'ਚ ਆਏ? ਜੀ ਮੈਂ ਐਕਚੁਅਲੀ ਤੁਹਾਨੂੰ ਇੱਕ ਬੜੇ ਮਜ਼ੇ ਦੀ ਗੱਲ ਸੁਣਾਉਣਾ। ਜੀ ਜੀ ਦੇਖੋ ਮੈਂ ਹਮੇਸ਼ਾ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਬਹੁਤ ਟੱਚ ਰਿਹਾ ਸੀ, ਕਿਉਂਕਿ ਸਾਡੇ ਵਾਲਦ ਸਾਹਿਬ ਜਿਹੜੇ ਸੀ ਨਾ ਉਹ ਬੜੇ ਇੱਕ ਨੈਸ਼ਨਲਿਸਟ ਕਿਸਮ ਦੇ ਬੰਦੇ ਸੀ, ਹਮੇਸ਼ਾ ਮੁਲਕ ਦੀ ਖਿਦਮਤ ਇਹ ਉਹ, ਕਿਉਂਕਿ ਸਾਡਾ ਬੈਕਗ੍ਰਾਉਂਡ ਵੀ ਇਸ ਤਰ੍ਹਾਂ ਕਿ ਅਸੀਂ ਬਾਹਰੋਂ ਆਏ ਸੀ, ਅਸੀਂ ਹਿੰਦੁਸਤਾਨ ਦੀ ਜ਼ਮੀਨ ਦੇ ਲੋਕ ਨਹੀਂ ਬੇਸਿਕਲੀ। ਤੇ ਅਸੀਂ ਆਪਣੇ ਜਿਹੜੇ ਸਾਡੇ ਕੰਟਰੀ ਸੀ ਉਹਨੂੰ ਛੱਡ ਕੇ ਅਸੀਂ ਬਰਸਗੀਰ 'ਚ ਆਏ, ਤੇ ਸਾਨੂੰ ਪਤਾ ਸੀ ਕਿ ਕੰਟਰੀ ਦੀ ਵੈਲਿਊ ਕੀ ਹੁੰਦੀ ਹੈ, ਠੀਕ ਹੈ ਨਾ। ਅਸੀਂ ਬਰਸਗੀਰ 'ਚ ਵੀ ਆਪਣੀ ਜਗ੍ਹਾ ਬਣਾਈ, ਉੱਥੇ ਜਗ੍ਹਾ ਬਣੀ ਤੇ ਵਾਲਦ ਸਾਹਿਬ ਥੋੜ੍ਹੇ ਜਿਹੇ ਯੰਗ ਹੋਏ ਤੇ ਇੱਥੇ ਆਉਣਾ ਪੈ ਗਿਆ, ਤੇ ਅਸੀਂ ਟ੍ਰਾਂਸਫਰ ਡਬਲ ਇਮੀਗ੍ਰੇਸ਼ਨ ਸਾਡੀ ਹੋ ਗਈ। ਮੈਂ ਤੁਹਾਨੂੰ ਇੱਕ ਬੜੇ ਮਜ਼ੇ ਦੀ ਗੱਲ ਸੁਣਾਉਣਾ। ਮੈਂ ਕਮਿਊਨਿਟੀ ਦੇ ਨਾਲ ਅਟੈਚ ਸੀ, 1986 ਦੀ ਗੱਲ ਹੈ, 88 ਦੀ। ਮੈਂ ਇੱਥੇ ਇੱਕੋ ਹੀ ਮਸਜਿਦ ਸੀ ਉਸ ਵੇਲੇ ਪਾਕਿਸਤਾਨੀਆਂ ਦੀ। ਅੱਛਾ, ਉੱਥੇ ਜਦੋਂ ਮੌਲਵੀ ਇੱਥੇ ਜਿਹੜੇ ਉਸ ਵੇਲੇ ਇਮਾਮ ਸਨ, ਉਹ ਜਦੋਂ ਵੀ ਮੇਰਾ ਤਾਰਫ ਕਰਾਉਣਾ ਲੋਕਾਂ ਨਾਲ, ਤੇ ਉਹ ਕਹਿਣ ਕਿ ਮੇਰੇ ਅੱਬੂ ਦਾ ਕਹਿਣ ਕਿ ਇਹ ਜਿਹੜਾ ਨਾ ਖਾਨ ਸਾਹਿਬ ਦਾ ਭਾਂਜਾ ਹੈ। ਅੱਛਾ, ਇੱਕ ਵਾਰੀ ਮੇਰਾ ਖਿਆਲ ਹੈ ਕਿ ਸਾਡੇ ਬਜ਼ੁਰਗ ਸੀ, ਹੁਣ ਮੈਨੂੰ ਲੱਗਦਾ ਹੈ ਕਿ ਉਹ ਆਗਾ ਹਮੀਦੁੱਲਾ ਇਰਫਾਨ ਫਾਨੋ ਦੇ ਵਾਲਾ ਸਾਹਿਬ, ਆਗਾ ਸਾਹਿਬ ਨੇ ਉਹਨੂੰ ਮੌਲਾਨਾ ਸਾਹਿਬ ਕੋਲ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਖਾਨ ਸਾਹਿਬ ਦਾ ਭਤੀਜਾ ਕਿਉਂ ਕਹਿੰਦੇ ਹੋ, ਇਹ ਤੇ ਉਹਨਾਂ ਦੇ ਸਗੇ ਬੇਟੇ ਨੇ। ਅੱਛਾ, ਬਾਅਦ ਚ ਮੌਲਾਨਾ ਸਾਹਿਬ ਨੇ ਮੇਰੇ ਨਾਲ ਸੌਰੀ ਕੀਤੀ ਤੇ ਕਹਿੰਦੇ ਯਾਰ ਤੂੰ ਹਰ ਵੇਲੇ ਮਸਜਿਦਾਂ 'ਚ ਖਿਦਮਤ ਕਰਦਾ। ਮੈਂ ਕਿਹਾ ਕਿ ਤੂੰ ਨਾ ਐਸੇ ਹੀ ਪਾਕਿਸਤਾਨ ਤੋਂ ਇਲੀਗਲ ਆ ਗਏ ਤੇ ਤੇਰੇ ਕੋਲ ਪੇਪਰ ਨਹੀਂ, ਤੂੰ ਮਸਜਿਦ 'ਚ ਖਿਦਮਤ ਕਰਦਾ। ਅੱਛਾ ਅੱਛਾ, ਇਹ ਸੂਰਤ-ਏ-ਹਾਲ ਸੀ ਠੀਕ ਠੀਕ। ਤੇ ਬਾਅਦ 'ਚ ਅਸੀਂ ਸਟੱਡੀ ਕੀਤੀ, ਫਿਰ ਮੇਰੇ ਸਬਜੈਕਟ ਐਸੇ ਸੀ, ਫਿਰ ਮੇਰੇ ਪ੍ਰੋਫੈਸਰ ਜਿਹੜੇ ਸੀ ਨਾ ਯੂਨੀਵਰਸਿਟੀ 'ਚ, ਉਹਨਾਂ ਨੇ ਵੀ ਮੈਨੂੰ ਕਾਫੀ ਤਰਗੀਬ ਦਿੱਤੀ। ਸਾਰਾ ਸਬਜੈਕਟ ਐਸਾ ਸੀ, ਉਹਨਾਂ ਨੇ ਕਿਹਾ ਕਿ ਆਪਣੀ ਕੌਮ ਦੇ ਵਿੱਚ ਰਹੋ, ਆਪਣੀ ਤਹਿਜ਼ੀਬ ਨੂੰ ਛੋੜਨਾ ਨਹੀਂ ਸੀ। ਇੱਥੇ ਬ੍ਰਸਲਸ ਯੂਨੀਵਰਸਿਟੀ ਦੇ ਵਿੱਚ ਨਹੀਂ ਉਹ ਨਾ ਪੂਰੇ ਬੈਲਜੀਅਮ ਦੇ ਲੋਕੀ ਯਾਨੀ ਕਿ ਤੁਹਾਡੇ ਸ਼ਾਗਿਰਦਾਂ ਦੇ ਤਾਂ ਬਹੁਤ ਜ਼ਿਆਦਾ। ਮੈਂ ਤੁਹਾਨੂੰ ਇੱਕ ਬੜੀ ਮਜ਼ੇ ਦੀ ਗੱਲ ਦੱਸਾਂ, ਕਿਉਂਕਿ ਇਸ ਪ੍ਰੋਗਰਾਮ ਦੀ ਤਵਾਸਤ ਨਾਲ, ਕਿ ਜਦੋਂ ਮੈਂ ਫਿਲੋਸਫੀ ਤੇ ਓਰੀਐਂਟਲਿਜ਼ਮ ਦੇ ਸਬਜੈਕਟ 'ਚ ਦਾਖਲਾ ਲਿਆ ਤੇ ਪੂਰੀ ਫੈਕਲਟੀ 'ਚ ਸ਼ੋਰ ਪੈ ਗਿਆ ਕਿ ਇੱਕ ਪਾਕਿਸਤਾਨੀ ਫਿਲੋਸਫੀ ਪੜ੍ਹਨ ਆ ਗਿਆ। ਅੱਛਾ ਅੱਛਾ, ਉਹਨਾਂ ਨੇ ਕਿਹਾ ਜੀ ਅੱਜ ਤੱਕ ਕਦੀ ਕੋਈ ਪਾਕਿਸਤਾਨੀ ਤੇ ਇੰਡੀਅਨ ਆਇਆ ਹੀ ਨਹੀਂ ਇੱਥੇ ਇਹ ਸਬਜੈਕਟ ਪੜ੍ਹਨ, ਤੁਸੀਂ ਤੇ ਡਾਕਟਰ ਬੰਦੇ ਹੋ, ਇੰਜੀਨੀਅਰ ਬੰਦੇ ਹੋ, ਤੁਹਾਨੂੰ ਕੀ ਲੋੜ ਪਈ ਫਿਲੋਸਫੀ ਪੜ੍ਹੋ। ਤਾਂ ਕੀ ਲੋੜ ਸੀ ਤੁਹਾਨੂੰ
ਬਸ ਸਰ ਇੱਕ ਡਿਫਰੈਂਟ ਇੱਕ ਸ਼ੌਕ ਸੀ ਠੀਕ। ਤੇ ਮੇਰੇ ਕੁਝ ਦੋਸਤ ਵੀ ਸਾਡੇ ਨਾਲ ਐਸੇ ਮਤਲਬ ਕਿ ਮਾਹੌਲ ਸੀ ਬੜਾ ਅੱਛਾ ਲੱਗਦਾ। ਮੇਰਾ ਪੁੱਛਣ ਦਾ ਮਕਸਦ ਇਹ ਸੀ ਕਿ ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਹਮੇਸ਼ਾ ਪਾਕਿਸਤਾਨੀਆਂ ਵਾਸਤੇ ਜੀ ਜੀ ਬਿਲਕੁਲ ਤੁਸੀਂ ਹਮੇਸ਼ਾ ਵੀ ਪਾਕਿਸਤਾਨੀ ਦੀ ਖਿਦਮਤ ਜੀ ਵਾਸਤੇ ਜੀ ਤੁਸੀਂ ਬਿਲਕੁਲ ਲੱਗੇ ਕਿਸੇ ਨਾ ਕਿਸੇ ਨੂੰ ਤੇ ਹੁੰਦੇ। ਕਰਨੀ ਪੈਂਦੀ ਹੈ ਨਾ ਮਲਕ ਸਾਹਿਬ, ਜੇ ਸਭ ਲੋਕ ਪੈਸਾ ਕਮਾਉਣ 'ਚ ਜਾਂ ਬਿਜ਼ਨਸ 'ਚ ਲੱਗ ਜਾਣ ਫਿਰ ਤੁਸੀਂ ਆਪਣੀ ਕੌਮ ਨੂੰ ਨਹੀਂ ਸਪੋਰਟ ਕਰ ਠੀਕ। ਸਕਦੇ। ਔਰ ਦੂਸਰਾ ਸ਼ਾਜ਼ੀਆ ਸਾਹਿਬ ਅਸੀਂ ਦੇਖਿਆ ਕਿ ਤੁਸੀਂ ਵੀ ਇੱਥੇ ਅਸੀਂ ਦੇਖਿਆ ਕਿ ਪਾਕਿਸਤਾਨੀਆਂ ਕੋਈ ਮੁਸ਼ਕਿਲ 'ਚ ਹੁੰਦਾ ਹੈ ਤੁਸੀਂ ਉਹਨੂੰ ਸਮਝਦੇ ਕਿ ਤੁਹਾਨੂੰ ਮੁਸ਼ਕਿਲ ਹੈ, ਠੀਕ ਹੈ, ਤੁਸੀਂ ਉਹਦਾ ਦਰਦ ਆਪਣਾ ਦਰਦ ਸਮਝਦੇ ਕਿਉਂਕਿ ਇਹ ਕਰੋਨਾ ਦੀ ਵਜ੍ਹਾ ਨਾਲ ਅਸੀਂ ਦੇਖਿਆ ਕਿ ਲਾਕਡਾਊਨ ਵੀ ਹੋ ਗਿਆ ਸੀ, ਠੀਕ ਹੈ, ਔਰ ਤੁਸੀਂ ਬੜੇ ਜਜ਼ਬਾਤੀ ਹੋ ਗਏ ਸੀ, ਤੁਸੀਂ ਕਿਹਾ ਕਿ ਮੇਰੇ ਭੈਣ ਭਰਾ ਜਿਹੜੇ ਉਹਨਾਂ ਦੇ ਕੰਮ ਖਤਮ ਹੋ ਗਏ ਤੇ ਬਿਲਕੁਲ, ਉਹਨਾਂ ਦੀ ਮੈਂ ਮਦਦ ਕਿਸ ਤਰ੍ਹਾਂ ਕਰਾਂ। ਜੀ 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 ਉਹਦੇ ਵਾਸਤੇ ਤੁਸੀਂ ਇੱਕ ਇਨੀਸ਼ੀਏਟਿਵ ਲਿਆ, ਤੁਸੀਂ ਇੱਕ ਕੋਸ਼ਿਸ਼ ਕੀਤੀ ਤੁਸੀਂ ਕਿ ਉਹਨਾਂ ਦੀ ਮਦਦ ਕਰਾਂ। ਉਹਦੇ ਬਾਰੇ ਜੇਕਰ ਤੁਸੀਂ ਥੋੜਾ ਦੱਸੋ ਕਿ ਇਹ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆਇਆ, ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਤੁਸੀਂ ਇਸ ਤਰ੍ਹਾਂ ਕਰ ਰਹੇ ਜੇ, ਇੱਕ ਖਿਦਮਤ ਕਰ ਰਹੇ ਜੇ ਲੋਕਾਂ ਦੀ, ਤੇ ਤੁਹਾਨੂੰ ਕੀ ਵਜ੍ਹਾ ਕਿ ਤੁਸੀਂ ਚਾਹੁੰਦੇ ਕਿ ਮੈਂ ਆਪਣੇ ਪਾਕਿਸਤਾਨ ਦੀ ਖਿਦਮਤ ਕਰਾਂ। ਜੀ ਮੈਂ ਇਸ ਜਿਹੜੇ मेरे भाई बहन हैं जो यहाँ मौजूद हैं, मैं इस वास्ते कहना चाहती सी कि मैं कम से कम 17 साल हो गए ने, मैं सियासत से पहले 17 साल हो गए ने मैं लोगों की खिदमत करती रही हूँ। मैं 17 साल हो गए लोगों की खिदमत करती रही हूँ, मेरे किसी को पता ही नहीं है मैं की करती रही हूँ। मैं लोगों की खिदमत है कि किसी ने कहा कि मैनू पेपरां की प्रॉब्लम है, मैं कहा ठीक है मैं कोशिश करांगी, वादा नहीं करती, मैं कोशिश करांगी। मैं क्या भाईजान ऐसे करें कि आप मेट्रो के पास पहुंच जाए ना, मैं वहाँ आ जाऊंगी तो कम्यून में चले जाएंगे, ठीक है। मैं क्या प्लीज़, मैं शादीशुदा, मैं उस टाइम पे मैं सियासत पे नहीं थी ना, तो मैं क्या कि प्लीज़ मैं आपको कम्यून में ले जाऊंगी, ठीक है। मैं कम्यून में लेके गई हूँ, कम से कम 10-15 चक्कर लगे मुझे कम्यून में। तो वो कह रहे कि वो जो जरा आदमी था वो कहता नहीं मुझे बताए कब मिलेंगे बाजी, मिल जाएंगे बाजी। मैं क्या भाईजान देखो मेरे वासी चोवे ना, मेरे वासी चोवे थे, आज ही मैं दे दूं आपको पेपर। मैं क्या प्लीज़ मुझे काम करने दो बाजी, बताओ बच्चा। मैं क्या भाईजान मेरे साथ चलो कम्यून में, मैं आपको देखते हैं वो क्या कहते हैं आपके पेपर के बारे ना। तो मैं क्या अच्छा चलो ठीक है, तुसी कहते ठीक है बाजी चलो ठीक है। तो कम से कम 10-15 दफ़ा मैं गई हूँ ਤੇ ਉਸਕੇ ਪੇਪਰ ਬਣ ਗਏ ਮਾਸ਼ਾਅੱਲਾ। ਠੀਕ ਹੈ, ਅਸੀਂ ਆਪਣੇ ਨਾਜ਼ਰੀਨ ਨੂੰ ਦੱਸ ਦਈਏ ਕਿ ਇਹ ਦੋਨੋਂ ਉਹ ਬੰਦੇ ਨੇ, ਉਹ ਸ਼ਖਸੀਅਤ ਨੇ ਜਿਹਨੇ ਹਮੇਸ਼ਾ ਪਾਕਿਸਤਾਨੀਆਂ ਵਾਸਤੇ ਹੈ, ਕਿਉਂਕਿ ਇੱਥੇ ਸਭ ਤੋਂ ਵੱਡਾ ਮਸਲਾ ਜਿਹੜਾ ਹੈ ਉਹ ਜ਼ੁਬਾਨ ਦਾ, ਪਾਕਿਸਤਾਨੀਆਂ ਨੂੰ ਜ਼ੁਬਾਨ ਨਹੀਂ ਆਉਂਦੀ, ਔਰ ਇਹਨਾਂ ਦੋਨਾਂ ਬੰਦਿਆਂ ਨੇ ਇੰਨੀ ਜ਼ਿਆਦਾ ਖਿਦਮਤ ਕੀਤੀ ਹੈ ਪਾਕਿਸਤਾਨੀਆਂ ਦੀ, ਉਹਨਾਂ ਨੂੰ ਇਹ ਨਹੀਂ ਮਹਿਸੂਸ ਹੋਣ ਦਿੱਤਾ ਕਿ ਉਹਨਾਂ ਨੂੰ ਜ਼ੁਬਾਨ ਨਹੀਂ ਆਉਂਦੀ। ਇਹ ਜਾ ਕੇ ਹਰ ਆਫੀਸ਼ੀਅਲ ਅਦਾਰੇ ਵਿੱਚ ਜਾ ਕੇ ਕਿਸੇ ਵੀ ਕੋਈ ਵੀ ਚੀਜ਼ ਜਗ੍ਹਾ ਹੈ ਉੱਥੇ ਜਾ ਕੇ ਉਹਨਾਂ ਦੀ ਜ਼ੁਬਾਨ ਬਣੇ ਨੇ। और ये दस दी कि शाजिया साहब थोड़ी क्योंकि ਇੱਥੇ ਹੀ ਪੈਦਾ ਯਾਨੀ 1 ਸਾਲ ਦੇ ਸਨ तो ਪੰਜਾਬੀ ਜ਼ਰਾ ਅਗਰ ਤੁਹਾਨੂੰ ਥੋੜਾ ਮੁਸ਼ਕਿਲ ਲੱਗਿਆ ਕਿ ਇਹਨਾਂ ਦਾ ਜ਼ਰਾ ਉਰਦੂ ਪੰਜਾਬੀ ਮਿਕਸ ਹੁੰਦੀ ਹੈ ਤਾਂ ਉਹਨੂੰ ਜ਼ਰਾ ਤੁਸੀਂ ਜ਼ਿਹਨ ਰੱਖਣਾ ਹੈ। मैं खिदमत करते रही ਇੱਥੇ ਲੋਕਾਂ ਦੀ, मैंने किसी से पैसे नहीं लिए। लोग कहते रहे हैं बाजी मेरा काम इतना बड़ा हुआ है, ये नहीं है कि पेपरों की, मैंने वकीलों के साथ काम किया, मुझे वकील कहते हैं क्या आप वकील क्यों नहीं है। मैं कहा नहीं मैं प्लीज़ मैं लोगों की वकील हूँ, तो मैं लोगों के पास रह दो, जो लोग मेरे पास आते हैं तो मैं उसके प्लीज़ आप वकील हो, आप पैसे लेते हो, मैं पैसे नहीं लेती। बेसिकली काम भी यही होता है कि जो बुनियादी काम होता है ना, चाहे वकील के पास जब जो केस भी जाता है ना वकील दे कोल, जेड़ा बंदा सही बुनियादी काम करके वकील नु देवेगा उस काम ते बेस करेगी चीज। मैंने बहुत ज़्यादा वकील, कम से कम 4-5 वकील हैं यहाँ बेल्जियम में, मुझे कहते हैं आप वकील क्यों नहीं है। मैं कह नहीं मैं वकील आवाम के लिए, तो मैं चाहती हूँ कि आवाम के लिए मैं मदद करना चाहती हूँ कि दिल से मैं दिल से मदद करती हूँ। तो अगर कोई लालच जी ओ वाली वकील बन जाती तो फिर ए वाली वकील नहीं सी बननी। ठीक है, तो ਅਸੀਂ ਤੁਹਾਡੇ ਕੋਲ ਪੁੱਛਾਂਗੇ ਚਲੋ ਐਸੇ ਨਾਲ ਹੀ ਕਿ ਤੁਸੀਂ ਸਿਆਸਤ ਵਿੱਚ ਆ ਗਏ, ਸਾਨੂੰ ਪਹਿਲਾਂ ਪਤਾ ਚੱਲਿਆ ਜੀ ਕੋਈ ਸ਼ਾਜ਼ੀਆ ਅਸਲਮ ਸਿਆਸਤ ਵਿੱਚ ਆ ਗਏ, ਔਰ ਕਈਆਂ ਵਾਸਤੇ ਤਾਂ ਜਾਣਾ ਪਛਾਣਾ ਨਾ ਸੀ, ਔਰ ਜਿਹਨਾਂ ਪਾਕਿਸਤਾਨੀ ਨਹੀਂ ਜਾਣਦੇ ਕਿਉਂਕਿ ਇਹ ਖਵਾਤੀਨ ਜਿਹੜੀਆਂ ਨੇ ਬਹੁਤ ਘੱਟ ਸਿਆਸਤ ਵਿੱਚ ਹੁੰਦੀਆਂ ਸਾਡੀਆਂ ਖਾਸ ਕਰ ਇੱਥੇ। ਤੇ ਕਿਸ ਤਰ੍ਹਾਂ ਤੁਸੀਂ ਸਿਆਸਤ ਵਿੱਚ ਕਿਉਂ ਆ ਗਏ ਜੀ? ਸਿਆਸਤ ਵਿੱਚ ਹੈ ਉਹਨਾਂ ਦੇ ਹਾਜੀ परवेज साहब की मेहरबानी, जिन्हें पायना आसफ की मेहरबानी, जिन्हें उन्होंने मुझे फ़ोन किया, चक्कर लगाए दुकान पे, पायना आसफ की दुकान पे थे। तो जुल्फ़कार के भी, सईद साहब भी, पट्टी साहब भी, ये सब ग्रुप थे जिन्हें उन्होंने मुझे खड़ा किया। ठीक है, आजी साहब ने कहा कि आपने
या मतलब चक्कर लगाओ ना यहाँ दुकान शॉप पे। उन्होंने क्या कि ऐसे कहते हैं कि आप इतने लोग कहते हैं कि आप बेलौस करते हो, मतलब लोगों की खिदमत करते हो, या इसका इसका उसका हॉस्पिटल का जो भी, तो ऐसे करें आप सियासत में आए। अच्छा। उन्होंने फिर मुझे सियासत में लाइन दिखा दी है ना, ठीक है। लाइन ये है कि मैं लोगों के साथ मतलब आस्ता आस्ता लोगों के नाल मैं आस्ता आस्ता मिलना शुरू की है। लोगों ने अच्छा किया, कहते हैं ते लोगों की मदद कर दी है। अच्छा अच्छा। ਇਹ ਤੇ ਲੋਕਾਂ ਦੀ ਮਦਦ ਕਰਦੀ ਹੈ ਤੇ ਬਹੁਤ ਅੱਛਾ ਹੋ ਗਿਆ ਕਿ ਇਹ ਸਿਆਸਤ ਹੀ ਚਾਹੀਏ। ਬਿਲਕੁਲ। ਤੇ ਇਸ ਵਾਸਤੇ ਮੈਂ ਸਿਆਸਤ ਬਿਲਕੁਲ, ਹੀ ਸਿਆਸਤ ਦਾ ਮਕਸਦ ਵੀ ਇਹੀ ਹੈ ਕਿ ਲੋਕਾਂ ਦੀ ਖਿਦਮਤ ਕਰਨੀ ਹੈ। ਸ਼ੁਭਕਾ ਕਾਰਜ ਸੁਣੋ, ਚਲੋ ਸਾਹਮਣੇ ਆ ਕੇ ਲੋਕਾਂ ਦੀ ਕਰਦੇ। ਨੇਮ ਸਾਹਿਬ ਤੁਹਾਡੇ ਕੋਲ ਪੁੱਛਾਂਗੇ, ਤੁਸੀਂ ਸਿਆਸਤ 'ਚ ਕਿਉਂ ਨਹੀਂ ਆਏ? ਜੀ ਸਿਆਸਤ ਦੇ ਵਿੱਚ ਯਾਨੀ ਇੱਥੇ ਤੁਸੀਂ ਪੜ੍ਹ ਲਿਖ ਕੇ ਤੁਸੀਂ ਹਰ ਚੀਜ਼ ਜਾਣਦੇ, ਇੱਥੇ ਦੀ ਸਿਆਸਤ ਵੀ ਜਾਣਦੇ, ਕਾਨੂੰਨ ਵੀ ਜਾਣਦੇ, ਫਿਰ ਤੁਸੀਂ ਇਸ ਲੈਂਗੁਏਜ ਨਹੀਂ ਆਏ? ਜੀ ਸਿਆਸਤ ਦੇ ਵਿੱਚ ਇੰਟਰਸਟ ਤੇ ਬਹੁਤ ਹੈ, ਪਰ ਅਜੇ ਗੱਲ ਇਹ ਵੀ ਹੈ ਨਾ ਕਿ ਸਿਆਸਤ 'ਚ ਜੇ ਆ ਜਾਈਏ ਫਿਰ ਸਾਡੇ ਹੋਰ ਜਿਹੜੇ ਲੋਕ ਨੇ ਇੱਥੇ, ਇੱਕ ਇਹ ਵੀ ਹੈ ਕਿ ਪਾਕਿਸਤਾਨੀ ਕਮਿਊਨਿਟੀ ਇੱਕ ਛੋਟੀ ਕਮਿਊਨਿਟੀ ਹੈ, ਮਹਿਦੂਦ ਤਾਦਾਦ ਦੇ ਵਿੱਚ। ਵੈਸੇ ਤਾਂ ਬੜੀ ਪਾਵਰਫੁਲ ਕਮਿਊਨਿਟੀ ਹੈ ਲੇਕਿਨ ਤਾਦਾਦ ਮਹਿਦੂਦ ਹੈ। ਹੁਣ ਮਾਸ਼ਾਅੱਲਾ ਸਾਡੇ ਪਹਿਲੇ ਖਾਸ ਤੌਰ ਤੇ ਸ਼ਾਜ਼ੀਆ ਸਾਹਿਬਾ ਜਦੋਂ ਦੀ ਆਏ ਨੇ, ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਜੇ ਇੱਕ ਬ੍ਰੇਕ ਦੇ ਕੇ ਨਾ ਇਹ ਲੇਡੀਜ਼ ਨੂੰ ਅੱਗੇ ਲੈ ਕੇ ਆਈਏ। ਇਹਨਾਂ ਦਾ ਬਹੁਤ ਜ਼ਰੂਰੀ ਹੈ ਅੱਗੇ ਆਉਣਾ ਜਿਹੜਾ ਨਾ ਸਾਡੇ ਵਾਸਤੇ। ਅਤੇ ਸਾਡੀ ਤਾਦਾਦ ਘੱਟ ਹੈ। ਜੇ ਹਰ ਬੰਦਾ ਪੋਲੀਟਿਕਸ ਦੇ ਵਿੱਚ ਇਸ ਮਤਲਬ ਕਿ ਏਮ ਇਹ ਮਕਸਦ ਲੈ ਕੇ ਆਏਗਾ ਕਿ ਉਹ MNA ਬਣ ਜਾਏ ਜਾਂ ਪਾਰਲੀਮੈਂਟ 'ਚ ਜਾਵੇ ਜਾਂ ਬੁਰਗ ਮਾਸਟਰ ਜਾਂ ਕੁਝ ਵੀ ਬਣੇ, ਉਹ ਫਿਰ ਜਿਹੜਾ ਨਾ ਕੰਪੀਟੀਸ਼ਨ ਨਾਲ ਵੋਟ ਵੰਡੇ ਜਾਂਦੇ ਨੇ, ਕੋਈ ਕਿਸੇ ਦਾ ਕੰਮ ਨਹੀਂ ਬਣਦਾ। ਇਸ ਵਾਸਤੇ ਸਾਡੀ ਪੂਰੀ ਕੌਨਸਨਟ੍ਰੇਸ਼ਨ ਇਸ ਵੇਲੇ ਜਿਹੜਾ ਨਾ ਇਹਨਾਂ ਦੀ ਕਾਮਯਾਬੀ ਦੇ ਉੱਤੇ, ਅੱਲਾ ਨੇ ਕਾਮਯਾਬ। ਚਲੋ ਜੀ, ਅੱਲਾਹ ਤਾਲਾ ਨੇ ਕਾਮਯਾਬ ਕਰਾਇਆ। ਅਤੇ ਤੁਹਾਡੇ ਕੋਲ ਮੈਂ ਇੱਕ ਸਵਾਲ ਪੁੱਛਾਂਗਾ ਕਿ ਤੁਸੀਂ ਪਿੱਛੇ ਜੇ ਹੁਣ ਸਾਰੀ ਬੈਲਜੀਅਮ ਨੇ ਦੇਖਿਆ ਕਿ POC ਉਹਦੇ ਤੁਸੀਂ ਸਦਰ ਮੁੰਤਖਬ ਹੋਏ ਸੀ, ਅਤੇ ਤੁਸੀਂ ਪਾਕਿਸਤਾਨੀ ਕਮਿਊਨਿਟੀ ਵਾਸਤੇ ਚਲੋ ਇੱਕ ਅੱਛਾ ਇੱਕ ਹੋ ਗਿਆ ਕਿ ਉਹਨਾਂ ਦੀ ਖਿਦਮਤ ਵਾਸਤੇ ਲੋਕ ਜਿਹੜੇ ਤੁਹਾਡੀ ਤਰ੍ਹਾਂ ਦੇ ਯੰਗ ਜਨਰੇਸ਼ਨ ਜਿਹੜੀ ਹੈ ਉਹ ਅੱਗੇ ਆ ਰਹੀ ਹੈ, ਤਾਂ ਤੁਸੀਂ ਕੀ ਇਹਦੇ ਬਾਰੇ ਤੁਸੀਂ ਕੀ ਕੀਤਾ POC ਦੇ? ਜੀ ਇਸ ਵੇਲੇ ਤੇ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੈ ਨਾ ਪਾਕਿਸਤਾਨੀ ਕਮਿਊਨਿਟੀ ਇੱਥੇ ਵੀ ਅਤੇ ਪਾਕਿਸਤਾਨ ਦੇ ਵਿੱਚ ਵੀ, ਠੀਕ ਹੈ ਨਾ, ਉਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਜਿਹੜੇ ਪ੍ਰੋਬਲਮਸ ਨੇ ਨਾ ਉਹਨਾਂ ਨੂੰ ਪਹਿਲੇ ਆਈਡੈਂਟੀਫਾਈ ਕਰੋ ਕਿ ਪ੍ਰੋਬਲਮ ਕਿੱਥੇ। ਜਿਸ ਤਰ੍ਹਾਂ ਇੱਕ ਬਿਮਾਰੀ ਹੁੰਦੀ ਹੈ ਨਾ, ਉਹਨੂੰ ਆਈਡੈਂਟੀਫਾਈ ਕਰੇ। ਜੇ ਤੁਹਾਨੂੰ ਆਪਣੇ ਪ੍ਰੋਬਲਮ ਦਾ ਹੀ ਨਹੀਂ ਪਤਾ ਕਿ ਤੁਹਾਡਾ ਪ੍ਰੋਬਲਮ ਕਿੱਥੇ ਪੈਦਾ ਹੋ ਰਿਹਾ, ਉਹਨੂੰ ਫਿਰ ਕਰਕੇ ਆਪਣਾ ਸਹੀ ਟਾਰਗੇਟ ਹੀ ਤੁਸੀਂ ਨਿਸ਼ਾਨਾ ਸਹੀ ਨਹੀਂ ਲਾਓਗੇ ਨਾ, ਤਾਂ ਤੁਸੀਂ ਹਮੇਸ਼ਾ ਗੱਡ ਮੱਡ ਗੱਲਾਂ ਕਰਦੇ ਰਹੋਗੇ। ਉਹ ਘੁੰਮ ਫਿਰ ਕੇ ਇੱਕ ਵਿਸ਼ਸ ਸਰਕਲ ਗਰਦਬਾਦ ਦੇ ਅੰਦਰ ਘੁੰਮਦੇ ਜਾਓਗੇ, ਤੁਹਾਡਾ ਹੱਲ ਨਹੀਂ ਨਿਕਲੇਗਾ। ਇਸ ਵਾਸਤੇ POC ਦਾ ਇਸ ਵੇਲੇ ਜਿਹੜਾ ਜ਼ਰੂਰੀ ਹੈ ਕਿ ਲੋਕਾਂ ਦੇ ਜਿੰਨੇ ਪ੍ਰੋਬਲਮ ਨੇ ਨਾ, ਉਹ ਜਿੱਥੋਂ ਜੋ ਕੰਪਲੇਂਟਸ ਆ ਰਹੀਆਂ ਨੇ ਉਹਨਾਂ ਦੀ ਕੈਟੇਗਰੀਜ਼ ਬਣਾ ਕੇ ਅਸੀਂ ਫਿਲਹਾਲ ਸਾਡਾ ਫਸਟ ਸਟੈਪ ਇਹੀ ਹੈ ਕਿ ਮੈਕਸਿਮਮ ਲੋਕਾਂ ਨੂੰ ਸ਼ੋਰ ਦਈਏ ਕਿ ਬਈ ਇਹ ਪ੍ਰੋਬਲਮ ਨੇ, ਇਹਨਾਂ 'ਤੇ ਜਿਹੜੀ ਰਾਏ ਆਮਾ ਜਿਹੜੀ ਨਾ ਉਹਨਾਂ ਪ੍ਰੋਬਲਮ 'ਤੇ ਫੋਕਸ ਕਰੇ। ਉਸ ਤੋਂ ਬਾਅਦ ਹੌਲੀ ਹੌਲੀ ਪਾਕਿਸਤਾਨ 'ਚ ਲੋਕਾਂ ਨੂੰ ਅਪਰੋਚ ਕਰ ਰਹੇ ਹਾਂ, ਬਹੁਤ ਸੇ ਲੋਕ ਸਾਡੀ ਹੈਲਪ ਕਰ ਰਹੇ ਨੇ। ਇਹ ਕੰਮ ਟਾਈਮ ਲਵੇਗਾ ਲੇਕਿਨ ਇਨਸ਼ਾਅੱਲਾ ਬਹੁਤ ਪੋਜ਼ੀਟਿਵ ਰਿਜ਼ਲਟਸ ਨਿਕਲਣਗੇ। ਸ਼ਾਜ਼ੀ ਸਾਹਿਬਾ ਤੁਹਾਡੇ ਕੋਲ ਫਿਰ ਮੈਂ ਪੁੱਛਾਂਗਾ ਕਿ ਹੁਣ ਮੈਂ ਕਿਹਾ ਕਿ ਕਰੋਨਾ ਦੀ ਵੇਲੇ ਲਾਕਡਾਊਨ ਹੋ ਗਿਆ ਸੀ, ਪਹਿਲਾਂ ਵੀ ਹੋਇਆ ਸੀ, ਹੁਣ ਵੀ ਹੋਇਆ ਸੀ। ਉਹ ਪਾਕਿਸਤਾਨੀ ਜਿਹਨਾਂ ਕੋਲ ਪੇਪਰ ਵੀ ਨਹੀਂ, ਉਹਨਾਂ ਦੇ ਕੰਮ ਚਲੇ ਗਏ, ਉਹਨਾਂ ਵਾਸਤੇ ਤੁਸੀਂ ਇੱਕ ਆਵਾਜ਼ ਚੁੱਕੀ ਸੀ, ਉਹਨਾਂ ਵਾਸਤੇ ਤੁਹਾਡੇ ਨਾਲ ਬਹੁਤ ਲੋਕਾਂ ਨੇ ਰਾਬਤਾ ਕੀਤਾ। ਤਾਂ ਉਹਦੇ ਬਾਰੇ ਜੇ ਅਗਰ ਦੱਸੋਗੇ, ਤੁਹਾਡੇ ਨਾਲ ਕੁਝ ਅਗਰ ਦੱਸਣਾ ਚਾਹੁੰਦੇ ਸਾਡੇ ਨਾਜ਼ਰੀਨ ਨੂੰ ਕਿ ਤੁਹਾਡੇ ਨਾਲ ਰਾਬਤਾ ਲੋਕਾਂ ਨਾਲ ਕੀਤਾ, ਤੁਸੀਂ ਉਹਨਾਂ ਵਾਸਤੇ ਕੋਸ਼ਿਸ਼ ਵੀ ਕੀਤੀ, ਲੇਕਿਨ ਉਹ ਚਲੋ ਜ਼ਾਹਿਰ ਹੈ ਕਿ ਕਾਨੂੰਨੀ ਮਸਾਇਲ ਕੋਈ ਦਰਪੇਸ਼ ਆ ਗਏ, ਤੁਸੀਂ ਉਹਨਾਂ ਵਾਸਤੇ ਖੁੱਲ੍ਹ ਕੇ ਨਹੀਂ ਕਰ ਸਕੇ, ਲੇਕਿਨ ਤੁਹਾਡੇ ਨਾਲ ਲੋਕ ਰਾਬਤਾ ਹੱਲ ਵੀ ਕਰ ਰਹੇ ਹਨ ਜਾਂ ਕੀ ਆਪਣਾ ਕੋਈ ਮਸਾਇਲ ਲੈ ਕੇ ਆਉਂਦੇ ਨੇ ਤੁਹਾਡੇ ਕੋਲ? नहीं, राब्ते आए हैं मुझे कि कहते हैं आपका बहुत शुक्रिया, आपने कम से कम आवाज़ तो उठाई है। आपने प्लीज़ ये अच्छा लगा कि कोई है आवाज़ उठाने के लिए कि चलो मैंने तो कोशिश की है। मैं घर में बैठी हुई थी, मैं कहा चलो मैं ये कर लूँ। क्यों, देखो मैं कुकिंग मैंने की है, देखो मुझे शौक़ था, मैंने मेरे अम्मी ने मुझे सिखाया कुकिंग के लिए, तो आस्ता आस्ता मुझे शौक़ था फिर मैं बड़ी कुकिंग करती रही हूँ। ये है कि चलो मैं क्या किसी का फ़ायदा हो जाए भाई, ये है कि यहाँ के कानून में आइसोबेल ज़रूरी है। देखो कानून, मैं क्या चलो मुझे मैं सॉरी कहती हूँ सबको कि मुझे मालूम नहीं था। मैं क्या चलो एक महीने के लिए शायद कुछ ये मैं कर सकती हूँ। तो फिर मैंने पूछा तो कहते नहीं आइसोबेल ज़रूरी है। देखो मैंने तो कदम उठाया ना, मैंने तो कदम उठाया करने के लिए, मैं तो देखो करने के तैयार थी ना। बिल्कुल जी, ਅਸੀਂ ਆਪਣੇ ਨਾਜ਼ਰੀਨ ਦੱਸੀ ਕਿ ਬਹੁਤ ਲੋਕਾਂ ਨੇ ਸ਼ਾਜ਼ੀਆ ਅਸਲਮ ਸਾਹਿਬਾ ਨਾਲ ਰਾਬਤਾ ਕੀਤਾ ਸੀ ਕਿ ਉਹਨਾਂ ਦੇ ਕੰਮਕਾਜ ਵਗੈਰਾ ਚਲੇ ਗਏ ਸਨ। ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਮਦਦ ਕਰੀਏ, ਲੇਕਿਨ ਇੱਥੇ ਦੇ ਕੁਝ ਕਾਨੂੰਨੀ ਜਿਹੜੀਆਂ ਚੀਜ਼ਾਂ ਉਹ ਆੜੇ ਆ ਗਈਆਂ, ਜਿਸ ਵਜ੍ਹਾ ਨਾਲ ਇਹ ਖੁੱਲ੍ਹ ਕੇ ਮਦਦ ਨਹੀਂ ਕਰ ਸਕੀਆਂ। ਲੇਕਿਨ ਇਹਨਾਂ ਦੀ ਪੂਰੀ ਕੋਸ਼ਿਸ਼ ਸੀ, ਇਹਨਾਂ ਨੇ ਆਪਣਾ ਪੂਰੀ ਆਵਾਜ਼ ਉਠਾਈ ਉਹਨਾਂ ਵਾਸਤੇ, ਔਰ ਮੇਰੇ ਖਿਆਲ ਦੂਜੇ ਪਾਕਿਸਤਾਨੀ ਵੀ ਲੋਕ ਕੁਛ ਹਨ ਜਿਨ੍ਹਾਂ ਨੇ ਲੋਕਾਂ ਦੀ ਮਦਦ ਕੀਤੀ। ਨਈਮ ਸਾਹਿਬ ਤੁਸੀਂ ਦੱਸੋ ਜ਼ਰਾ, ਇਹ ਕਹਿ ਰਹੇ ਸਨ ਕਿ ASBL ਜ਼ਰੂਰੀ ਹੋਣੀ ਇੰਨੀ ਕੰਮ ਕਰਨੇ ਵਾਸਤੇ, ਤਾਂ ਜ਼ਰੂਰੀ ਹੈ ਇਹਦੇ ਵਾਸਤੇ? ਤੁਸੀਂ ਵੈਸੇ ਮਦਦ ਨਹੀਂ ਕਰ ਸਕਦੇ? ਕਾਨੂੰਨੀ ਫਰੇਮਵਰਕ ਜਿਹੜਾ ਨਾ ਖਾਸ ਤੌਰ ਤੇ ਅਗਰ ਆਪਣੇ ਤੌਰ ਤੇ ਕਰਨਾ ਚਾਹੋ, ਖਾਸ ਤੌਰ ਤੇ ਹੁਣ ਜਿਹੜੀ ਸਿਚੁਏਸ਼ਨ ਬਣ ਗਈ ਨਾ ਉਹਦੇ 'ਚ ਤੇ ਬਿਲਕੁਲ ਹੀ
ਔਖਾ ਹੈ ਨਾ। ਫਿਰ ਵੈਸੇ ਵੀ ਜਦੋਂ ਤੁਹਾਡੀ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਇੱਕ ਬਣੀ ਹੁੰਦੀ ਹੈ, ਉਹਦੇ ਅੰਦਰ ਸਟੈਚੂ ਦੇ ਵਿੱਚ ਫਿਕਸ ਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਖਿਦਮਤ ਕਰ ਰਹੇ ਹੋ, ਤਾਂ ਉਹਦੇ ਤੁਹਾਨੂੰ ਕਾਨੂੰਨੀ ਤਹੱਫੁਜ਼ ਮਿਲਦਾ ਹੈ। ਜੇ ਤੁਹਾਡੀ ਕੋਈ ਆਪਣੀ ਪਰਸਨਲ ਤੁਸੀਂ ਕਰਦੇ ਹੋ, ਉਹਦੇ 'ਚ ਤੁਹਾਨੂੰ ਕੋਈ ਕਾਨੂੰਨੀ ਤਹੱਫੁਜ਼ ਨਹੀਂ ਹੁੰਦਾ, ਤੁਹਾਡੀ ਜੁਡੀਸ਼ੀਅਲ ਜਿਹੜੀ ਲੀਗਲ ਪਰਸਨੈਲਿਟੀ ਹੈ ਨਾ, ਉਹ ਨਹੀਂ ਬਣ ਸਕਦੀ। ਇਸ ਵਾਸਤੇ ਗੱਲ ਠੀਕ ਕਰ ਰਹੇ ਨੇ ਕਿ ਅਗਰ ਸਾਡੀ ਕੋਈ ਐਸੋਸੀਏਸ਼ਨ ਹੁੰਦੀ ਤਾਂ ਇਹ ਕੰਮ ਆਸਾਨੀ ਨਾਲ ਹੋ ਸਕਦਾ ਸੀ। ਬਿਲਕੁਲ ਠੀਕ ਹੈ। ਸ਼ਾਦੀ ਸਾਹਿਬਾ, ਤੁਸੀਂ ਇੱਥੇ ਸਾਰੀ ਜ਼ਿੰਦਗੀ ਤੁਹਾਨੂੰ ਇੱਥੇ ਹੋ ਗਈ, ਠੀਕ ਹੈ, ਤੁਸੀਂ ਨੌਜਵਾਨ ਨਸਲ ਜਿਹੜੀ ਸਾਡੀ ਹੁਣ ਪ੍ਰਵਾਨ ਚੜ੍ਹ ਰਹੀ ਹੈ, ਉਹਦੇ ਵਾਸਤੇ ਕੀ ਇੱਥੇ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ? ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਨ, ਕਿਹੜੇ ਸ਼ੋਬਿਆਂ ਜਗ੍ਹਾ ਜਾਣ, ਕੀ ਚਾਹੁੰਦੇ ਤੁਸੀਂ? ਮੈਂ ਚਾਹੁੰਦੀ ਹਾਂ ਕਿ ਸਭ ਤੋਂ ਪਹਿਲੇ ਆਪਣੇ ਮਾਂ ਬਾਪ ਦੀ ਖਿਦਮਤ ਕਰਨ, ਠੀਕ ਹੈ, ਆਪਣੇ ਮਾਂ ਬਾਪ ਦੀ ਇੱਜ਼ਤ ਕਰਨ। इज़्ज़त सब तो ज़रूरी है। जो रिस्पेक्ट घर में मिलती है ना, जो रिस्पेक्ट घर में मिलती है बाहर नहीं मिलती, ठीक है। ये कहते हैं वो उसके पास रिस्पेक्ट नहीं, जो घर में रिस्पेक्ट है, माँ बाप की बात माने, माँ बाप का कहना माने, तो आपको बहुत फ़ायदा होगा ज़िंदगी में। आपको क्यों, माँ बाप दुश्मन नहीं है, बच्चे समझते हैं दुश्मन, ये माँ बाप दुश्मन नहीं है। बाकी दफ़ा माँ कहती है कहाँ से आए हो, क्यों आई हैं, कैसे, या बेटा या बेटी, वो कहते हैं आप कौन होते हैं, ये प्लीज़ जवाब ना दे। माँ बाप को क्या है, अच्छा जी अम्मी अबू मैं आइंदा ये नहीं करूँगी ना, मैं जवाब नहीं देना, ये जवाब नहीं देना। क्यों? तो सख्त गुनाह है, सख्त गुनाह है कि देखो जो घर में, मैं एक बात एक गल करना चाहनी है, जो घर का मोल टाडा ठीक हो, मैं अपनी एग्जाम्पल दे रही अपना। देखो मैं स्कूल से आनी सी ना, तो मेरे अबू ते अम्मी कहते जा अपने कपड़े चेंज करके आ, पहले सलवार कमीज पा के आ। मैं क्या अबू कोई गल नहीं, खाना ही खाना, नहीं सलवार कमीज टंगी है, अपना दुपट्टा पा के ते थल्ले आ। क्यों? देखो मैं आज ये लिबास पाया है, ठीक है, किसके ये कहने की, अपने माँ बाप का मैंने फॉलो किया ना, मेरे माँ बाप ने किया ना, मेरे माँ बाप ने क्या जाके अपना चेंज करके आओ तो नीचे आके खाना खाना, ठीक है, सलाम करनी है, ठीक है, जो घर में घुसते हैं अस्सलाम वालेकुम, अब्बू जी अम्मी जी सब जो भी है अस्सलाम वालेकुम, ठीक है। ये आपने बताना है, ये आपने बताना आगे के लिए, जो तालीम के लिए मैं कहना चाहती हूँ। मैं कहना ये है कि आप बच्चों के ऊपर ज़्यादा तवज्जो करें। कई होते हैं कि हम फैमिली के पास बच्चे मांगते तवज्जो, बच्चे मांगते बच्चे के उसको सिर्फ पूछो बच्चे आपने खाना खाया, आपने स्कूल का काम किया, ये इतना पूछ लें बच्चों को ना, ठीक है। तो दूसरी बात ये कहना चाहती हूँ कि जो मोबाइल नहीं है आजकल, मैं आपको एक फैमिली का नाम नहीं बताना चाहती, वह कहते हैं मैं तो दसा, मैं एक 10 साल का बच्चा, मैं 700 यूरो का फोन लैके दिता, मैं सिर पे फाद, मैं कहा यार अल्लाह 7 किन्ने दा फोन, मैं कहा यार मेरे को 700 यूरो का फोन नहीं है जी, मेरे को 300 यूरो का मैं कहनी है फोन मेरे को है। तो मैं उन्होंने कहा मेरे को 300 नहीं तू सियासत च ही है, मैं कहा मैं सियासत च ही है, तेरा मतलब नहीं है तू 4,000 का फोन खरीदा। तो मैं कहती नहीं की मतलब, मैं कहा तू 10 साल के बच्चे तू दे दे भी। तो फिर मैनू महीने बाद और फोन आ गया, तो कहती मेरा तू मेरे नाल चल सकनी स्कूलों, मैं कहा की है, मैं कोई गल नहीं, मैं स्कूल गई है, तो मैनू कहती है टीचर कहती है तू सुनता ही नहीं है, की सुनता नहीं घर। तो मैं क्या सुनता नहीं, की गल है, की करता है पता नहीं। मैं क्या चेक करया कर अपने बच्चे के बेडरूम में। तो वो की है कि मोबाइल लैके मैं दरवाजे मोबाइल फिल्म देख रहा सी ना, तो जो माँ ने आई कहती नहीं वो सुता है, मैं क्या फिर दोबारा जा, जो तू दरवाज़ा खोलिया फिर दोबारा जा। तो कहती अच्छा सुता है भी तू, मैं क्या तू दोबारा जो दरवाज़ा ना 5 मिनट बाद फिर दोबारा जाई, तो ऐसा लगे कि तू चलेगी ना। मैं क्या ठीक है। तो कहती हाँ वो फिल्म देख रहा सी। जी जी बिल्कुल ठीक, यानी ਤੁਹਾਡਾ ਕਹਿਣ ਦਾ ਮਕਸਦ ਹੈ ਕਿ ਆਪਣੀ ਔਲਾਦ ਨਾਲ ਹਰ ਬੰਦਾ ਪਿਆਰ ਕਰਦਾ ਹੈ, ਕਈ ਵਾਰ ਲੇਕਿਨ ਗੈਰ ਜ਼ਰੂਰੀ ਚੀਜ਼ਾਂ ਉਹਨਾਂ ਨਾਲ ਦੇਖੋ ਜੀ, ਫਿਊਚਰ ਤੋਂ ਦੇਖੋ ਗੱਲ ਤੁਹਾਡੇ ਕੋਲ ਵੀ ਮੈਂ ਇਹੀ ਪੁੱਛਾਂਗਾ ਕਿ ਕਿਉਂਕਿ ਤੁਹਾਡਾ ਤੁਸੀਂ ਵੀ ਇੱਥੇ ਤਾਲੀਮ ਹਾਸਲ ਕੀਤੀ ਔਰ ਬਲਕਿ ਮੈਂ ਤਾਂ ਬਹੁਤ ਬੱਚਿਆਂ ਨੂੰ ਪੜਾਇਆ, ਤੁਸੀਂ ਬਹੁਤ ਪੜਾਇਆ ਬੱਚਿਆਂ ਨੂੰ, ਯਾਨੀ ਤੁਸੀਂ ਉਹਨਾਂ ਨੂੰ ਕੀ ਤੁਸੀਂ ਪੜਾਇਆ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿੱਤਾ ਕਿ ਅੱਗੇ ਕਿਹੜੇ ਸ਼ੋਬੇ ਜਾਣ ਜਾਂ ਕੀ ਕਰਨਾ ਆਪਣੀ ਜ਼ਿੰਦਗੀ 'ਚ? ਸਰ ਮੈਂ ਹਮੇਸ਼ਾ ਜਦੋਂ ਵੀ ਤਾਲੀਮ ਬੱਚਿਆਂ ਨੂੰ ਦਿੱਤੀ ਨਾ ਪੜਾਇਆ, ਮੇਰੀ ਇਹ ਜਿਹੜੀ ਕੋਸ਼ਿਸ਼ ਰਹੀ ਹੈ ਕਿ ਬੇਸਿਕ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਨਾ ਉਹ ਗਰੋ ਕਰੇ, ਉਹਨਾਂ ਦੀ ਜਿਹੜੀ ਬੇਸ ਹੈ, ਉਹਨਾਂ ਦੀ ਜਿਹੜੀ ਜ਼ਬਾਨ ਬੋਲਣ ਦੀ ਕੈਪੈਸਿਟੀ ਹੈ, ਲੈਂਗੁਏਜ ਸਕਿੱਲਸ, ਬੇਸਿਕ ਮੈਥਮੈਟਿਕਸ, ਹਰ ਚੀਜ਼ ਬੇਸ, ਜਦੋਂ ਬੇਸ ਠੀਕ ਹੈ ਨਾ ਤੁਹਾਡੀ ਤਰਬੀਅਤ ਅੱਛੀ ਹੈ, ਸਪੋਰਟਸ ਕਰਨ, ਇਹ ਨਹੀਂ ਕਿ ਬੱਚੇ, ਸਾਡੇ ਤਾਲੀਮ ਦਾ ਕਨਸੈਪਟ ਹੈ ਕਿ ਬੱਚਾ ਜਿਹੜਾ ਨਾ ਉਹ 24 ਘੰਟੇ ਕਿਤਾਬ 'ਚ ਵੜਿਆ ਰਹੇ, ਨਹੀਂ, ਬੱਚਾ ਜਿਹੜਾ ਪੜ੍ਹੇ, ਬੱਚੇ ਦੀ ਸਪੋਰਟਸ ਕਰੇ, ਬੱਚੇ ਦੀ ਪਰਸਨੈਲਿਟੀ ਅੱਛੀ ਹੋਵੇ, ਬੱਚੇ ਦਾ ਸੋਸ਼ਲ ਬਿਹੇਵੀਅਰ ਅੱਛਾ ਹੋਵੇ, ਜਿਹੜਾ ਕਿ ਸਾਡੇ ਨਹੀਂ, ਸਾਡੇ ਕੀ ਹੁੰਦਾ ਵਾਲਿदैन ਜਿਹੜੇ ਨੇ
ਔਰ ਉਹ ਵੀ ਕੀ ਕਰਨ, ਉਹਨਾਂ ਦਾ ਵੀ ਮਤਲਬ ਕਿ ਉਹਨਾਂ ਨੂੰ ਵੀ ਤਰਬੀਅਤ ਨਹੀਂ ਐਸੀ ਮਿਲੀ। ਸਾਡੇ ਵਾਲਿਦੈਨ ਕਹਿੰਦੇ ਨੇ ਮੇਰਾ ਬੱਚਾ ਜੀ 6 ਸਾਲ ਦਾ 7 ਸਾਲ ਦਾ ਟੈਬਲੇਟ ਚਲਾ ਲੈਂਦਾ। ਯਾਰ ਉੱਤੇ ਤੁਸੀਂ ਬਾਂਦਰ ਨੂੰ ਉੱਥੇ ਬਿਠਾ ਦਿਓ ਨਾ, ਯਕੀਨ ਕਰੋ ਇੱਕ ਬਾਂਦਰ ਨੂੰ ਤੁਸੀਂ ਹੈਬਿਟ ਲਾ ਦਿਓ, ਬਾਂਦਰ ਮੈਮਰਾਈਜ਼ ਕਰ ਲੇਗਾ ਫੌਰਨ। ਇਹਦੇ 'ਚ ਨਹੀਂ, ਬੱਚੇ ਦੀ ਪਰਸਨੈਲਿਟੀ ਜਿਹੜੀ ਨਾ ਬੇਸਿਕ ਸਕਿੱਲਸ ਉਹ ਗਰੋ ਕਰਨ ਦੀ। ਠੀਕ ਹੈ ਨਈਮ ਸਾਹਿਬ, ਤੁਹਾਡੇ ਨਾਲ ਤੇ ਸ਼ਾਜੀ ਸਾਹਿਬ ਤੁਹਾਡੇ ਨਾਲ ਬਹੁਤ ਮਜ਼ਾ ਆਇਆ ਸਾਨੂੰ ਗੱਲ ਕਰਨ 'ਚ। ਤਾਂ ਅਸੀਂ ਇਹ ਤੁਹਾਡੇ ਨਾਲ ਰਿਕੁਐਸਟ ਇਹੀ ਕਰਾਂਗੇ ਕਿ ਆਖਰ ਤੋਂ ਤੁਸੀਂ ਅਗਰ ਪੈਗਾਮ ਦੇਣਾ ਚਾਹੁੰਦੇ ਜੇ ਇੱਥੇ ਦੇ ਬੰਦਿਆਂ ਨੂੰ, ਪਾਕਿਸਤਾਨ ਵਾਸਤੇ ਕੋਈ ਸ਼ਾਜੀ ਸਾਹਿਬ ਕੋਈ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦੇ ਜੇ, ਉਹ ਤੁਸੀਂ। जी पहले तो मैं सब तो पहले शफीक जट का कहना चाहनी है कि देखो कि इंसान जो मदद करता है ना, तो शफीक जट ने मुकाबला किया मेरे वैसे मुकाबला किया है। क्यों कि यह इंसान मैं कभी भूल ही नहीं सकती। क्यों इन्हें मैनू मीडिया के मैं आज तुहाडे सामने बैठी है किस वजह से, शफीक जट की वजह से। ਜੋ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਯਾਦ ਰੱਖਿਆ, ਕਿਉਂਕਿ ਲੋਕ ਲੋਕ ਜਿਹੜੇ ਯਾਦ ਨਹੀਂ ਰੱਖਦੇ, ਕਈ ਲੋਕਾਂ ਨੂੰ ਇੱਜ਼ਤ ਦਿਓ ਤਾਂ ਯਾਦ ਨਹੀਂ ਰੱਖਦੇ। ਉਹ ਸਾਨੂੰ ਯਾਦ ਹੈ ਕਿ ਕਾਫੀ ਬੰਦਿਆਂ ਨੂੰ ਅਸੀਂ ਮਾਈਕ ਫੜ ਕੇ ਸਿਖਾਣਾ ਹੈ ਉਹਨਾਂ ਨੂੰ ਕਿ ਅੱਜ ਬੋਲਣਾ, ਉਹ ਅੱਜ ਸਾਨੂੰ ਗੱਲਾਂ ਕਰਦੇ ਜੇ। ਜੀ ਬਿਲਕੁਲ ਤੁਹਾਡੀ, ਲੇਕਿਨ ਤੁਹਾਡੀ ਯਾਨੀ ਕਿ ਜਿਹੜਾ ਆਪਣੇ ਸਾਨਮੰਦ ਜਿਹੜਾ ਹੁੰਦਾ ਹੈ ਉਹ ਯਾਦ ਰੱਖਦਾ ਹੈ। ਤਾਂ ਮੇਰੇ ਦਿਲੋਂ ਮੈਂ ਭਰਾ ਕੇ ਹੈ ਤੇ ਦੇਖੋ इंसान ਨੂੰ देखो भूलना नहीं चाहिए। जो इंसान ने एहसान किया ना किसी ते ना, तो मैं भूल नहीं सकती, मैं कभी नहीं भूल सकती इंसान। तो देखो मैं हमेशा दुआ करती ना कि या अल्लाह इन्हां नूं बरकत दे, या अल्लाह अगे तरक्की करे, या अल्लाह इन्हां दी बीवी बच्चियां नूं सेहत दे, सलामत रखे, इन्हां दे बच्चे भी तरक्की करन, बस यही दुआ करती हूं ना। नहीं साहब तुसी की कहोगे खास कर इत्थे दे पाकिस्तानी यानी ਇੱਕ ਜਿਹੜਾ ਇੱਕ ਮਾਹੌਲ ਜਿਹੜਾ ਸੀ ਆਪਣਾ ਰੱਖਿਆ ਹੈ? ਜੀ ਮੈਂ ਤਾਂ ਇਹੀ ਕਹਾਂਗਾ, ਔਰ ਮੈਂ ਕਈ ਸਾਲਾਂ ਤੋਂ ਕਹਿ ਰਿਹਾ ਕਿ ਦੇਖੋ ਸਾਨੂੰ ਨਾ, ਜਿੱਦਾਂ ਤੁਸੀਂ ਇਹਨਾਂ ਨੇ ਕਿਹਾ ASBL ਨਹੀਂ ਸੀ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਕੋਈ ਅੱਛੀ ਜਿਹੀ ਆਰਗੇਨਾਈਜੇਸ਼ਨ ਬਣਾਉਣ, ਅੱਛੇ ਜਿਹੇ ਇਦਾਰੇ ਡਿਵੈਲਪ ਕਰਨ, ਦਿਲਾਂ ਨੂੰ ਸਾਫ਼ ਕਰਨ। ਇੰਟੈਂਸ਼ਨ ਜਿਹੜੀ ਨੀਅਤ ਹੈ ਨਾ, ਅਸਲ ਚੀਜ਼ ਹੈ, ਇੰਟੈਂਸ਼ਨ ਬਹੁਤ ਜ਼ਰੂਰੀ ਹੈ। ਨੀਅਤਾਂ ਸਾਫ਼ ਕਰਨ, ਦਿਲਾਂ ਨੂੰ ਖੋਲਣ, ਦਿਲਾਂ ਨੂੰ ਖੋਲਣਗੇ, ਇੱਕ ਰਾਹ 'ਤੇ ਚੱਲਣਗੇ, ਇੱਕ ਮਕਸਦ ਦੇ ਪਿੱਛੇ ਜਾਣਗੇ ਤੇ ਤਰੱਕੀ ਹੋਏਗੀ। ਵਰਨਾ ਹੀ ਇਹ ਘੁੰਮਣ ਘੇਰੀ ਗਰਦਬਾਦ ਦੇ ਵਿੱਚ ਨਾ ਵਿਸ਼ੇ ਸਰਕਲ ਉਹ ਘੁੰਮਦੇ ਰਹਿਣਗੇ, ਕੋਈ ਹਾਸਲ ਹੋਣ ਵਾਲੀ ਚੀਜ਼। ਠੀਕ ਹੈ, ਚਲੋ ਜੀ ਬਹੁਤ ਬਹੁਤ ਸ਼ੁਕਰੀਆ ਸ਼ਾਜੀ ਸਾਹਿਬ ਤੁਹਾਡਾ ਵੀ। अगर ਤੁਸੀਂ ਕੁਝ ਕਹਿਣਾ ਮਜ਼ੀਦ ਕੁਝ ਕਹਿਣਾ ਚਾਹੁੰਦੇ ਜੀ पाकिस्तान के मैं बारे कुछ कहना चाहती हूँ। जो पाकिस्तान पे इस टाइम पे गुरबत के शिकार है, देखो बहुत गुरबत है। देखो मैं ये नहीं कहना चाहती इमरान खान के लिए या जो भी हो रहा है, वो तो देखो हर कोई कोशिश करता है, ठीक है, इमरान खान कोशिश करता है। देखो जो जलसे हो रहे हैं दोनों साइडों पे हो रहे हैं ना, ठीक है, मैं देखो सबके साथ हूँ, मुस्लिम नून के साथ PTI सबके साथ हूँ। ये ना पता है कि मैं किसी की पार्टी के साथ हूँ, मैं सबके साथ हूँ, मैं पाकिस्तान के साथ हूँ, ठीक है। जो पाकिस्तान के लिए सोचेगा तो मैं उसके लिए सोचूंगी ना, ठीक है। तो इस टाइम पे मैं एक बयान देना चाहती हूँ। जो लोग देखो लोगों के पास खाने के लिए देखो पैसा नहीं है। देखो जो रेडियाँ लगाते थे रेडियाँ ना, 500 1000 2000 या 2000 500 रुपया या 1000 लेके जाते थे रोटी हर रोज, चलो रोटी खा लेते, अब वो भी नहीं है, ठीक है। और पहले से गुरबत थी, अब और ज़्यादा होगी। तो मैं एक रिक्वेस्ट करती हूँ अपनी बहन भाई से, देखो एक महल्ले में एक इल्ज़ाम दे रही हैं 50 मतलब रैशी हैं, 50 रैशी में 4-5 लोग तो बाहर होंगे ना, बाहर तो होंगे ना यूरोप में। तो कम से कम वो सोच लें कि चलो हमारा जो मल्ला है जाके पूछ लें कि आपके पास राशन है, आपके पास तेल है, आपके पास दाल है। तो चलो जो वो फैमिली बेचती हैं 400-500 यूरो फालतू बेच दें, तो चलो उसको फैमिली को कह दे जाके हम मल्ले में देख लें। क्यों यूरोप में बहुत पाकिस्तानी आए हैं, देखो लाहौर सियालकोट जितने भी हैं। देखो आप ये सोचें, देखो आप किसी के लिए सोचेंगे ना कि हमने अपना मुल्क को, हमारा मुल्क ऊपर है, ये कभी ना कहना हमारा मुल्क नीचे है, हमारा मुल्क ऊपर है। तो ऊपर रहेगा तो हमने ऊपर करना है, किसने करना है? हमने सब मिल के करना है मुल्क को आगे। एक इंसान कुछ नहीं कर सकता, ये बात बता दूं। हमारा मुल्क लिए सब निकले, ये नहीं है पैसे बेच दे, गुरबत है ना, पैसे के साथ गुरबत ख़त्म हो जाती है, ठीक है। ये आस्ता आस्ता देखो ये करेंगे आप ना, आस्ता आस्ता हमारा पाकिस्तान की गुरबत खत्म हो जाएगी, इंफ्रास्ट्रक्चर हमारा बन जाएगा इंशाल्लाह। देखो ये बेस है, ये देखो ये बेस है, ये बेचेंगे लोगों को खाना जाएगा पेट में, दुआएं देंगे ना, दुआएं देंगे ना
कहते प्लीज़ किसी का चूल्हा जला दो। बेचारे के बच्चे पूछते पापा मम्मा रोका खाना कितने खाना पापा लेके आता हूँ। बीवी कहती कि जाओ रोटी लेके आओ। फैमिली वाले भी छोड़ देते हैं, फैमिली वाले खड़काए दरवाज़ा, क्यों आए थे, मैं रोटी मंगन आया ना, मेरे बच्चे भूखे ने, दफ़ा हो जा। ऐ कहते दफ़ा हो जा, ठीक है ना। वो बेचारा नीचे करके सिर कहता बच्चे भूख से मर रहे हैं। तो सेल्फ रिस्पेक्ट भी मजरू नहीं होनी चाहिए, मतलब कि इस तरह से मदद करें कि लोगों अपनी जो बेइज्जती महसूस ना करें। बिल्कुल बस ये है कि मुल्क के लिए आप प्लीज़ सोचें। तो गुरबत बहुत बढ़ रही है, बहुत ज़्यादा। देखो आगे के लिए बहुत एक आगे ज़्यादा हो रहा है गुरबत, बहुत ज़्यादा। जी तो प्लीज़ आप ये बात सोचें। तो मैं अपनी पार्टी का थोड़ा बता सकती हूँ। जी बताएं, इस वजह से ਤੁਹਾਨੂੰ ਬੁਲਾਇਆ ਕਿ ਤੁਸੀਂ ਜੋ ਦੱਸਣਾ ਚਾਹੁੰਦੇ ਹੋ ਦੱਸੋ ਸਾਡੇ। मैं बस अपनी पार्टी का जो पेस पार्टी है, जो हमारी बुका मास्टर है कैथरीन मोरो, बहुत अच्छी इंसान है। देखो लोगों की हिदमत करती है। चेयरमैन जी। तो ये है कि वो बहुत अच्छी नाइस हैं, ये लोगों की हिदमत करती हैं। देखो मैं 4 साल हो गए सियासत में हूँ, मैं यहाँ की मिनिस्टर को मिलती हूँ, यहाँ के प्रेसिडेंट पूरे ब्रुक्सल के। अभी मुझे उन्होंने लेटर भी लिखा है कि आपके साथ हमने मुलाकात करनी है ना, ठीक है। क्यों उन्होंने मुझे लेटर अप्रिशिएट का भेजा कि आपने पूरे ब्रुक्सल की हेल्प की है। मैं उन्होंने कितने अच्छे हैं कि मैंने मदद की है। तो उन्होंने मुझे सदर ने खुद दस्तीफ लेटर लिखा है, मैंने लग रहा आप लोग बताया भी था ना। उन्होंने दस्ती सदर ने, यहाँ के सदर ने लेटर बेल्जियम के या ब्रुक्सल के सदर, उन्होंने खुद लिखा है कि शाजिया असलम कि मैं खुद लिख रहा हूँ ये लेटर, मैं आपका शुक्रगुजार हूँ कि आपने हमारी पार्टी सोशलिस्ट पार्टी को ऊपर लेके आए। तो हम बहुत शुक्रगुजार हो आपका, बहुत अच्छी हो कि आपने मुझे पार्टी की मदद की है। तो ये है कि मैं आगे के लिए भी इंशाल्लाह ताला, देखो 2.5 साल रहेंगे हैं, ठीक है। तो इंशाल्लाह ताला 2.5 साल से पहले भी मैं सियासत की हेल्प करती रही हूँ। तो अभी 2.5 साल रहेंगे। देखो मैं माशाल्लाह मैदान में हूँ, जिसा कहते हैं मैदान ही चाहिए ਅਸੀਂ मैदान ही चाहिए ਤੇ ਹਾਲੇ ਵੀ मैदान ही चाहिए। तो इंशाल्लाह ताला ਬਿਲਕੁਲ ਜੀ, ਸਾਡੀਆਂ ਦੁਆਵਾਂ ਨੇ ਕਿ ਤੁਸੀਂ ਮੈਦਾਨ ਵਿੱਚ हम आपके पीछे हैं जी, मैदान में हम आपके और साथ ਤੁਹਾਨੂੰ ਦੇਖ ਕੇ ਬਹੁਤ ਸਾਰੇ ਲੋਕ ਹੋਰ ਮੈਦਾਨ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਮਾਸ਼ਾਅੱਲਾ ਇਹ ਹੈ ਕਿ ਸਾਡੀ ਇੱਕ ਪਾਕਿਸਤਾਨੀ ਕਮਿਊਨਿਟੀ नहीं है, अरबी कम्युनिटी, तुर्की, सब माशाल्लाह बहुत रिस्पेक्ट करे। क्यों मैंने वर्क की है जाके शॉप के जाके, आपको कोई प्रॉब्लम तो नहीं है, आपको टेंशन नहीं है। हाँ कईयों को टेंशन होती थी, मैं फिर बुका मास्टर के पास अपॉइंटमेंट लेके जाती थी कि मैं ये अच्छा। बुका मास्टर की इतनी बहुत अच्छी है, उन्होंने मुझे इतनी प्रोटोकॉल दी है कि जो सेक्रेटरी नहीं है बुका मास्टर की, उन्होंने उसके सामने किया कि जो शाजिया असलम आएगी उसको अपॉइंटमेंट उसी टाइम पे दे। जी माशाल्लाह बड़ी समझदार है, उनके वालिद साहब की भी बड़ी अच्छी उसने मुझे इतनी प्रोटोकॉल दे दी है। देखो मैं मुझे वो नहीं है, काम कर रहे हैं उन्होंने वास्ते और नजर भी चुनो और इज्जत भी करते हैं। मैं एक बात बताना चाहती हूँ आपको कि मुझे एक बात बताओ कि मुझे लालच नहीं है, मुझे किसी चीज़ की लालच नहीं है। मुझे हाँ एक लालच है कि मैं कोशिश करती हूँ किसी के काम हो जाए। ये बुका मास्टर, मैं देखो हम वादा नहीं करते पार्टी में, हम कोशिश करते हैं। जो इंसान कोशिश, ये तो नहीं मैं तेरा काम कर दूंगा, मैं नहीं मैं ऐसी नहीं हूँ। मैं कहूँगी भाईजान या मेरी बहन, मैं कोशिश करांगी ਤੁਹਾਡਾ काम हो जाए, मैं कोशिश करांगी ਤੁਹਾਡਾ आगे काम, कोशिश ਦੇ ਨਾਲ ਮੇਰਾ ਕੰਮ ਵੀ ਹੋ ਜਾਂਦਾ। ਬਿਲਕੁਲ ਜੀ, ਇਹੀ ਵਜ੍ਹਾ ਕਿ ਲੋਕੀ ਸਾਰੇ ਪਾਕਿਸਤਾਨੀ ਜਿੰਨੇ ਵੀ ਇੱਥੇ ਹਨ ਉਹ ਸਾਰੇ ਤੁਹਾਡੇ ਨਾਲ ਇੱਕ ਪਿਆਰ ਇੱਕ ਮੁਹੱਬਤ ਕਰਦੇ ਹਨ, ਤੁਹਾਡੇ ਨਾਲ ਤੁਹਾਡੇ ਇਹਨਾਂ ਕੰਮਾਂ ਦੀ ਵਜ੍ਹਾ ਨਾਲ। ਤੇ ਅਸੀਂ ਨਾਜ਼ਰੀਨ, ਸਾਨੂੰ ਉਮੀਦ ਹੈ ਕਿ ਅੱਜ ਦੇ ਜਿਹੜੇ ਮਹਿਮਾਨ ਸਨ ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਸੀ ਕਿ ਕਿਉਂਕਿ ਬਹੁਤ ਸ਼ੁਰੂ ਤੋਂ ਇੱਥੇ ਆ ਗਏ ਸਨ ਔਰ ਆਪਣੀਆਂ ਕੁਝ ਯਾਦਾਂ ਕੁਝ ਚੀਜ਼ਾਂ ਸਾਨੂੰ ਦੱਸਦੇ। ਤੁਸੀਂ ਕੁਝ ਕਹਿਣਾ? ਹਾਂਜੀ ਸੌਰੀ, ਇੱਕ ਬਸ ਆਖਰੀ ਗੱਲ ਬਸ ਇਹ ਹੈ ਕਿ ਮੈਂ ਤੁਹਾਡੇ ਵਾਸਤੇ ਹੀ ਅਸੀਂ ਬੈਠੇ ਹਾਂ, ਤੁਸੀਂ ਦੱਸੋ ਜੋ ਕਹਿਣਾ ਹੈ। शुक्रिया। मैं सारी कम्युनिटी को लिए ये बताना चाहती हूँ एक बात मेरे भाइयों, कि यहाँ हम बेल्जियम में हैं, तो एक इत्तेफाक में ना एक प्लेटफॉर्म में बैठे, एक ताकत बने, तो फिर हम भी कह सकते मतलब गोरों को कि देखो हमारे पाकिस्तानी कैसे हैं, ठीक है। प्लीज़ इकट्ठे मिल के बैठे, कोई गिला ना करे, कोई शिकवा ना करे, कोई टेंशन ना दे किसी को, हर किसी से मुस्कुरा के मिले, अच्छा मिले, तो देखो इंसान आगे बढ़ता है, इंसान आगे बढ़ता है। ऐसे जो तो इंसान को इसकी प्रॉब्लम सुने, इसकी प्रॉब्लम इसका अच्छा चलो कुछ करते हैं। मैं हमारी कम्युनिटी एक होना चाहिए, हमारे कोई बैठे ना सब मिल के बैठे।
बस ये बिल्कुल मैं ठीक है बहुत जी। शुक्रिया Well आपका said. ਬਹੁਤ ਸ਼ੁਕਰੀਆ ਜੀ ਨਾਜ਼ਰੀਨ Thanks very ਸਾਨੂੰ much. ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਬਹੁਤ ਅੱਛਾ ਲੱਗਿਆ ਹੋਵੇਗਾ ਤਾਂ ਸਾਨੂੰ ਬਹੁਤ ਆਪਣੀ ਸ਼ੁਕਰੀਆ। ਫੀਡਬੈਕ ਜ਼ਰੂਰ ਦੇਣਾ ਦੱਸਣਾ ਕਿ ਇਸ ਤਰ੍ਹਾਂ ਦੇ ਮਜ਼ੀਦ ਅਸੀਂ ਪ੍ਰੋਗਰਾਮ ਦੇ ਮਜ਼ੀਦ ਮਹਿਮਾਨਾਂ ਨੂੰ ਅਸੀਂ ਲੈ ਕੇ ਜ਼ਰੂਰ ਆਵਾਂਗੇ ਤੁਹਾਡੀ ਖਿਦਮਤ 'ਚ ਤੇ ਸਾਨੂੰ ਇਜਾਜ਼ਤ ਦਿਓ ਫਿਰ ਇਨਸ਼ਾਅੱਲਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਖੁਦਾ ਹਾਫਿਜ਼